ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਮਾਣ ਮੇਰਾ ਪਿੰਡ ਟੀਵੀ ਤੇ ਤੁਹਾਡਾ ਸਵਾਗਤ ਹੈ। ਤੇ ਸਾਡੀ ਸਦਾ ਹੀ ਕੋਸ਼ਿਸ਼ ਰਹੀ ਆ ਕਿ ਸਾਡੇ ਸਮਾਜ ਦੇ ਜਿਹੜੇ ਕੀ ਕਹਿੰਦੇ ਅਗਵਾਈ ਜਿਹੜੇ ਦੇਣ ਵਾਲੇ ਸਾਡੇ ਟੀਚਰ ਹੈਗੇ ਆ ਜਾਂ ਨਾਮਵਰ ਸ਼ਖਸੀਅਤਾਂ, ਸਾਡਾ ਬੁੱਧੀਜੀਵੀ ਵਰਗ ਹੈਗਾ ਆ, ਉਹਨਾਂ ਨੂੰ ਤੁਹਾਡੇ ਸਮੇਂ-ਸਮੇਂ 'ਤੇ ਰੂਬਰੂ ਕਰਦੇ ਹਾਂ ਕਿ ਸਾਡੇ ਜਿਹੜਾ ਸਮਾਜ ਦਾ ਇਹ ਜਿਹੜਾ ਰੋਸ਼ਨ ਦਿਮਾਗ ਆਪਾਂ ਕਹਿ ਸਕਦੇ ਹਾਂ, ਜਿਹੜੇ ਸਮਾਜ ਦੀ ਕਰੀਮ ਆ, ਕਿਉਂਕਿ ਜੇ ਸਮਾਜ ਦੀ ਅਗਵਾਈ ਆ ਉਹ ਬੁੱਧੀਜੀਵੀ ਵਰਗ ਜਿਹੜਾ ਪੜ੍ਹਿਆ ਲਿਖਿਆ ਵਰਗ ਉਹ ਹੀ ਕਰ ਸਕਦਾ ਹੈਗਾ ਆ। ਅਤੇ ਅੱਜ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਇਸੇ ਏਰੀਏ ਦੇ ਮੈਡਮ ਰੋਸ਼ਨੀ ਅਮਰ ਜੀ, ਜੋ ਕਿ ਸਾਡੇ ਰੁੜਕਾ ਕਲਾਂ ਵਿਖੇ ਇੱਕ ਟੀਚਰ ਦੀ ਜਿਹੜੀ ਆ ਉਹ ਭੂਮਿਕਾ ਨਿਭਾ ਰਹੇ ਹੈਗੇ ਆ। ਬਹੁਤ ਵੱਡੀ ਦੇਣ ਹੈ ਇਹਨਾਂ ਦੀ ਵਿੱਦਿਆ ਦੇ ਖੇਤਰ ਵਿੱਚ। ਅੱਜ ਉਚੇਚੇ ਤੌਰ 'ਤੇ ਸਾਡੇ ਸਟੂਡੀਓ ਵਿੱਚ ਪਹੁੰਚੇ। ਸਾਰਿਆਂ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਾਂਗੇ। ਮੈਡਮ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸੋ ਮੱਚ ਮੈਨੂੰ ਬੁਲਾਉਣ ਦੇ ਲਈ ਔਰ ਇਸ ਨੇਕ ਜਿਹੜੀ ਸਮਾਜ ਦੀ ਇੱਕ ਨੇਕ ਸੋਚ ਦੇ ਲਈ ਮੈਂ ਬਹੁਤ ਐਪਰੀਸ਼ੀਏਟ ਕਰਦੀ ਹੈਗੀ ਹਾਂ। ਔਰ ਇੱਕ ਇਹ ਸਾਡੀ ਸਾਰਿਆਂ ਦੀ ਸੋਸ਼ਲ ਮੋਰਲ ਨੈਸ਼ਨਲ ਓਬਲੀਗੇਸ਼ਨ ਬਣਦੀ ਹੈ। ਤੁਹਾਡਾ ਸਮਾਂ ਅੱਜ ਥੋੜ੍ਹਾ ਜਿਹਾ ਆਪਾਂ ਲਵਾਂਗੇ ਇਸ ਵਿਸ਼ੇ 'ਤੇ ਵੀ। ਬੀਤੇ ਦਿਨ ਆਪਾਂ ਨੂੰ ਪਤਾ ਹੈ ਪਿੰਡ ਰੁੜਕਾ ਕਲਾਂ ਵਿੱਚ ਬਾਬਾ ਬਚਿੰਤ ਸਿੰਘ ਕਿੰਗ ਆਫ ਰੁੜਕਾ ਕਲਾਂ ਉਹਨਾਂ ਦੇ ਨਾਂ 'ਤੇ ਇੱਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਤੁਸੀਂ ਵਿੱਦਿਆ ਦੇ ਖੇਤਰ ਨਾਲ ਜੁੜੇ ਹੋਏ ਹੈਗੇ ਆ। ਕਿਤਾਬਾਂ ਦੀ ਜਾਂ ਲਾਇਬ੍ਰੇਰੀਆਂ ਦੀ ਮਹੱਤਤਾ ਬੀਤੇ ਸਮੇਂ ਵਿੱਚ ਬਹੁਤ ਜ਼ਿਆਦਾ ਸੀਗੀ, ਪਰ ਅੱਜ ਦੀ ਜਿਹੜੀ ਸਮਾਂ ਚੱਲ ਰਿਹਾ ਇਹਦੇ ਵਿੱਚ ਟੈਕਨੋਲੋਜੀ ਨੇ ਬਹੁਤ ਥਾਂ ਲੈ ਲਈ ਹੈਗੀ। ਅੱਜ ਦੇ ਸਮੇਂ ਵਿੱਚ ਸਾਰਿਆਂ ਤੋਂ ਪਹਿਲਾਂ ਤਾਂ ਦੋ ਸ਼ਬਦ ਇਹ ਲਵਾਂਗੇ, ਜਿਹੜੀ ਬਾਬਾ ਬਚਿੰਤ ਸਿੰਘ ਕਿੰਗ ਆਫ ਰੁੜਕਾ ਕਲਾਂ ਦੇ ਨਾਂ 'ਤੇ ਪੇਂਡੂ ਖੇਤਰ ਦੇ ਵਿੱਚ ਜਿਹੜੀ ਲਾਇਬ੍ਰੇਰੀ ਖੋਲ੍ਹੀ ਗਈ ਹੈ, ਉਹਦੇ ਬਾਰੇ ਕੀ ਕਹੋਗੇ ਪਹਿਲਾਂ? ਹਾਂਜੀ, ਮੇਰੀ ਬੜੀ ਖੁਸ਼ਕਿਸਮਤੀ ਕਿ ਬਾਬਾ ਬਚਿੰਤ ਸਿੰਘ ਜੀ ਕਿੰਗ ਆਫ ਰੁੜਕਾ ਕਲਾਂ, ਜਿਨ੍ਹਾਂ ਦਾ ਨਾਮ ਤਾਂ ਜ਼ਰੂਰ ਸੁਣਿਆ ਸੀ ਔਰ ਜਾਣਦੇ ਵੀ ਸੀ, ਪਰ ਇੰਨੀ ਗਹਿਰਾਈ ਨਾਲ ਕਦੀ ਜਾਣਨ ਦਾ ਮੌਕਾ ਨਹੀਂ ਮਿਲਿਆ ਸੀ। ਜਦੋਂ ਹੁਣ ਮੈਨੂੰ ਪਤਾ ਲੱਗਿਆ ਕਿ ਜਦੋਂ 5 ਮਈ ਨੂੰ ਇੱਥੇ ਬਾਬਾ ਬਚਿੰਤ ਸਿੰਘ ਜੀ ਕਿੰਗ ਆਫ ਰੁੜਕਾ ਕਲਾਂ ਜੀ ਦੇ ਨਾਂ 'ਤੇ ਇੱਕ ਯਾਦਗਾਰ ਲਾਇਬ੍ਰੇਰੀ ਖੋਲ੍ਹੀ ਗਈ, ਜਿਹੜੀ ਕਿ ਹਰ ਪਿੰਡ ਦੀ ਜ਼ਰੂਰਤ ਆ। ਪਿੰਡ ਦੇ ਵਿੱਚ ਵੀ, ਸ਼ਹਿਰਾਂ 'ਚ ਤਾਂ ਹੁੰਦੀਆਂ ਹੀ ਹੈਗੀਆਂ। ਅਸੀਂ ਹਮੇਸ਼ਾ ਲਾਇਬ੍ਰੇਰੀ ਐਜ਼ ਅ ਸਟੂਡੈਂਟ ਵੀ ਹਮੇਸ਼ਾ ਫੇਵਰਟ ਪਲੇਸ ਰਹੀ ਹੈਗੀ ਆ। ਔਰ ਉਸ ਤੋਂ ਵੀ ਜ਼ਿਆਦਾ ਖੁਸ਼ਕਿਸਮਤੀ ਦੀ ਗੱਲ ਕਿ ਜਦੋਂ ਪ੍ਰੋਫੈਸਰ ਸਾਹਿਬ ਜਗਮੋਹਨ ਸਿੰਘ ਜੀ ਭਗਤ ਸਿੰਘ ਜੀ ਦੇ ਵੰਸ਼ਜ, ਉਹਨਾਂ ਦੇ ਭਾਣਜਾ ਜੀ ਜਿਹੜੇ, ਉਹਨਾਂ ਦੇ ਹੱਥੀਂ ਇਹ ਉਦਘਾਟਨ ਹੋਣਾ ਸੀ। ਔਰ ਮੈਨੂੰ ਵੀ ਉਚੇਚੇ ਤੌਰ 'ਤੇ ਏਡਾ ਮਾਣ ਬਖਸ਼ਿਆ, ਬੁਲਾਇਆ ਗਿਆ, ਇਸ ਲਾਇਕ ਸਮਝਿਆ ਗਿਆ, ਤਾਂ ਸਾਡੀ ਜ਼ਿੰਮੇਵਾਰੀ ਜਿਹੜੀ ਆ ਹੋਰ ਜ਼ਿਆਦਾ ਵੱਧ ਜਾਂਦੀ ਹੈਗੀ ਆ। ਸੋ ਪ੍ਰੋਫੈਸਰ ਸਾਹਿਬ ਜੀ ਦੀ ਸੋਚ ਨਾਲ ਮੈਂ ਵੀ ਬਿਲਕੁਲ ਇਤਫਾਕ ਰੱਖਦੀ ਹੈਗੀ ਹਾਂ। ਜਿੱਦਾਂ ਉਹਨਾਂ ਨੇ ਕਿਹਾ ਸੀ ਬਾਬਾ ਬਚਿੰਤ ਜੀ ਲਈ, ਬਾਬਾ ਬਚਿੰਤ ਸਿੰਘ ਜੀ ਲਈ, ਜਦੋਂ ਉਹਨਾਂ ਨੂੰ ਮੈਨੂੰ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਪੜ੍ਹਨ ਦਾ, ਜਾਣਨ ਦਾ ਜਦੋਂ ਮੌਕਾ ਮਿਲਿਆ, ਤਾਂ ਮੈਨੂੰ ਜਿੰਨੇ ਗ੍ਰੇਟ ਸ਼ਖਸੀਅਤਾਂ ਹੁੰਦੀਆਂ ਹੀ ਹੈਗੀਆਂ ਜਿਹੜੀ ਸਮਾਜ ਨੂੰ ਹਮੇਸ਼ਾ ਇੱਕ ਦਿਸ਼ਾ ਦਿੰਦੀਆਂ ਆਈਆਂ ਹੈਗੀਆਂ, ਔਰ ਉਹ ਐਸਾ ਉਹਨਾਂ ਦਾ ਇਨਫਲੂਐਂਸ ਹੁੰਦਾ ਕਿ ਉਹਨਾਂ ਦਾ ਐਸਾ ਨੂਰ ਬਰਸ ਰਿਹਾ ਸੀ ਪ੍ਰੋਫੈਸਰ ਸਾਹਿਬ ਦਾ, ਕਿਉਂਕਿ ਇਸੇ ਤਰ੍ਹਾਂ ਹੀ ਲੱਗ ਰਿਹਾ ਸੀ ਕਿ ਸਾਖਸ਼ਾਤ ਭਗਤ ਸਿੰਘ ਜੀ ਨਾਲ ਹੀ ਰੂਬਰੂ ਹੋ ਰਹੇ ਹਾਂ। ਅਤੇ ਉੱਥੇ ਬਾਬਾ ਬਚਿੰਤ ਸਿੰਘ ਜੀ, ਹਰੇਕ ਸ਼ਖਸੀਅਤ ਦੀ ਆਪਣੀ ਇੱਕ ਇੰਪੋਰਟੈਂਸ, ਇੰਪੋਰਟੈਂਸ ਵੀ ਲਫ਼ਜ਼ ਥੋੜ੍ਹਾ ਹੈਗਾ, ਜਿਹੜਾ ਇੰਨੇ ਸਦੀਆਂ ਤੋਂ, ਇੰਨੇ ਸਾਲਾਂ ਤੋਂ, ਮੇਰਾ ਖਿਆਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਉਹਨਾਂ ਨਾਲ ਰੂਬਰੂ ਹੋਣਾ ਔਰ ਉਹਨਾਂ ਦਾ ਇਹ ਪ੍ਰਭਾਵ ਬਹੁਤ ਜ਼ਿਆਦਾ ਜ਼ਰੂਰੀ ਆ। ਜਿੰਨਾ ਮੈਂ ਜਾਣਿਆ ਮੇਰੇ 'ਤੇ ਬਹੁਤ ਜ਼ਿਆਦਾ ਔਰ ਹਮੇਸ਼ਾ ਰਹੇਗਾ। ਬਾਬਾ ਬਚਿੰਤ ਸਿੰਘ ਜੀ ਜਿਨ੍ਹਾਂ ਨੂੰ ਕਿੰਗ ਆਫ ਰੁੜਕਾ ਕਲਾਂ ਕਿਉਂ ਕਿਹਾ ਜਾਂਦਾ ਹੈਗਾ, ਕਿਉਂਕਿ ਉਹਨਾਂ ਨੇ ਆਪਣਾ ਸਵਰਾਜ ਇਸ ਪਿੰਡ ਦੇ ਵਿੱਚ ਖੜ੍ਹਾ ਕੀਤਾ ਔਰ ਇੰਨੇ ਨਿਡਰ। ਪਹਿਲਾਂ ਕਿਸੇ ਨੂੰ ਵੀ ਪੁੱਛੋ ਕਿ ਉਹ ਕੌਣ ਸੀ, ਕੀ ਜਾਣਦੇ ਉਹਨਾਂ ਬਾਰੇ, ਤਾਂ ਉਹ ਜਿਹੜੇ ਇੰਟਲੈਕਚੁਅਲਸ ਨੇ, ਜਿੱਦਾਂ ਤੁਸੀਂ ਕਰੀਮ ਆਫ ਸੁਸਾਇਟੀ ਕਿਹਾ, ਜਿਨ੍ਹਾਂ ਦੀ ਇੱਕ ਮੋਰਲ ਡਿਊਟੀ ਬਣਦੀ ਆ, ਸੋਸ਼ਲ ਓਬਲੀਗੇਸ਼ਨ ਬਣਦੀ ਆ। ਹਾਂਜੀ, ਬਿਲਕੁਲ। ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਵੀ ਉਸ ਦਿਨ ਕਿਹਾ ਸੀ ਕਿ ਉਹ ਸਵਰਾਜ ਜਦੋਂ ਉਹਨਾਂ ਨੇ ਉਸ ਵੇਲੇ ਖੜ੍ਹਾ ਕੀਤਾ ਸੀ, ਅੱਜ ਵੀ ਉਸ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ। ਔਰ ਐਜੂਕੇਸ਼ਨ, ਜਿਹਨੂੰ ਆਪਾਂ ਕਹਿੰਦੇ ਆ ਕਿ ਐਜੂਕੇਸ਼ਨ ਇਜ਼ ਅ ਬੈਕਬੋਨ ਆਫ ਸੁਸਾਇਟੀ। ਜ਼ਿਆਦਾਤਰ ਮੈਂ ਦੇਖਿਆ ਕਿ ਇੱਥੋਂ ਬੱਚੇ ਜਾਂ ਸਾਰੇ ਧੜਾ ਧੜ ਬਾਹਰ ਜਾਣ ਦੇ ਲਈ ਹੋੜ ਲੱਗੀ ਹੋਈ ਆ, ਬ੍ਰੇਨ ਡਰੇਨ ਜਿਹਨੂੰ ਕਿਹਾ ਜਾਂਦਾ ਹੈਗਾ, ਆਪਾਂ ਸਾਰੇ ਜਾਣਦੇ ਹੈਗੇ ਆ। ਸੋ ਇਹਨਾਂ ਲੋਕਾਂ ਦੇ ਨਾਲ, ਇਹਨਾਂ ਦੀ ਸ਼ਖਸੀਅਤ ਨੂੰ ਅੱਛੀ ਤਰ੍ਹਾਂ ਦੇ ਨਾਲ ਸਮਝਣਾ ਔਰ ਉਹ ਇਨਫਲੂਐਂਸ ਆਪਣੇ ਦਿਲ ਦਿਮਾਗ 'ਤੇ ਹੋਣਾ, ਸੋਚ 'ਤੇ ਹੋਣਾ ਬਹੁਤ ਜ਼ਰੂਰੀ ਹੈ। ਇੱਕ ਸਕਸੈਸਫੁਲ, ਬੈਲੈਂਸਡ, ਹਾਈਲੀ ਪੀਸਫੁਲ, ਇੱਕ ਅੱਛੀ ਲਾਈਫ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਸੋ ਬਾਬਾ ਬਚਿੰਤ ਸਿੰਘ ਜੀ ਬਾਰੇ ਕਿਹਾ ਜਾਂਦਾ ਸੀ ਕਿ ਉਹ ਇੰਨੇ ਨਿਡਰ ਸੀ ਕਿ ਉਹਨਾਂ ਦੇ ਹੁੰਦਿਆਂ ਪਿੰਡ ਦੇ ਵਿੱਚ ਕੋਈ ਬ੍ਰਿਟਿਸ਼ ਆਫਿਸਰ ਵੀ, ਕੋਈ ਪੁਲਿਸ ਐਂਟਰ ਨਹੀਂ ਸੀ ਕਰ ਸਕਦੀ। ਔਰ ਉਹ ਕਿਸ ਤਰ੍ਹਾਂ ਉਹਨਾਂ ਨੂੰ ਕਿੰਨੇ ਸਾਲ ਜਿਹੜਾ ਮੁਲਤਾਨ ਜੇਲ੍ਹ ਵਿੱਚ ਵੀ ਰੱਖਿਆ ਗਿਆ, ਜਦੋਂ ਰਿਹਾ ਹੋ ਕੇ ਉਹ ਇੱਥੇ ਆਏ। ਮੇਰਾ ਖਿਆਲ ਹਰ ਰੁੜਕਾ ਦਾ ਜਿਹੜਾ ਨੇਟਿਵ ਆ ਉਹਨੂੰ ਪਤਾ ਹੋਣਾ ਚਾਹੀਦਾ, ਜਾਂ ਪਤਾ ਵੀ ਜ਼ਰੂਰ ਹੋਊਗਾ। ਸੋ ਇੱਕ
ਉਹ ਉਸ ਲੈਗੇਸੀ ਨੂੰ ਅੱਗੇ ਲੈ ਕੇ ਜਾਣਾ ਸਾਡਾ ਬਹੁਤ ਵੱਡਾ ਫਰਜ਼ ਆ। ਔਰ ਜਿਹੜੇ ਥੋੜ੍ਹੇ ਸਿਆਣੇ ਲੋਕ ਹੈਗੇ ਆ, ਜਿਸ ਤਰ੍ਹਾਂ ਦੇ ਨਾਲ ਅੱਜ ਜਿਹੜਾ ਇਹ ਉਦਘਾਟਨ ਕੀਤਾ ਗਿਆ ਇਸੇ ਕੰਸਰਨ ਦੇ ਵਿੱਚ, ਸੋ ਲਾਇਬ੍ਰੇਰੀ ਨੂੰ ਤਾਂ ਆਪਾਂ ਵੈਸੇ ਵੀ ਲਾਈਟ ਹਾਊਸ ਆਫ ਨੌਲੇਜ ਕਹਿੰਦੇ ਆ। ਔਰ ਬਾਬਾ ਬਚਿੰਨ ਸਿੰਘ ਜੀ ਨਾਲ ਮੈਂ ਜਿੱਦਾਂ ਹੁਣ ਗੱਲ ਕਰਾਂ, ਕਿਉਂਕਿ ਉਹ ਜਦੋਂ ਕਰ ਰਹੇ ਸੀ ਆਪਣੇ ਜਿਹੜੀਆਂ ਫੀਲਿੰਗਸ ਦੀ ਇੱਕ ਟ੍ਰਿਬਿਊਟ ਉਹ ਭਗਤ ਸਿੰਘ ਜੀ ਨੂੰ ਪ੍ਰੋਫੈਸਰ ਸਾਹਿਬ ਦੇ ਥਰੂ ਦੇ ਰਹੇ ਸੀ, ਤਾਂ ਬਾਬਾ ਬਚਿੰਨ ਸਿੰਘ ਜੀ ਬਾਰੇ ਵੀ ਜਿਹੜੀਆਂ ਪਹਿਲੀਆਂ ਲਾਈਨਾਂ ਜਿਹੜੀਆਂ ਮੈਂ ਡਿਵੋਟ ਕਰਨਾ ਚਾਹੂੰਗੀ ਉਹ ਇਹੀ ਸੀ, जब से सुना है मरने का नाम है ज़िंदगी, जब से सुना है मरने का नाम है ज़िंदगी, सर पे कफन बांधे कातिल को ढूंढते हैं। सो भगत सिंह जी, बाबा बचन सिंह जी या जिन्ने अपने ग्रेट फ्रीडम फाइटर्स होए आ, देखो ना उन्हां दी हजे तक भी साडे ते और अपने आउण वालीआं नस्लां ते हमेशा ये जिहड़ा हैगा एक इन्फ्लुएंस होना चाहिदा सी भी अपने पेरेंट्स तो, टीचर्स तो ਇਹ ਜਿਹੜੀ ਹੈਗੀ ਆ ਗਾਈਡੈਂਸ ਇਹ ਹਮੇਸ਼ਾ ਲਈ ਹੈਗੀ ਆ। ਸਾਨੂੰ ਇਹ ਚੀਜ਼ ਬਚਪਨ 'ਚੋਂ ਹੀ ਇਹ ਦੱਸੀ ਗਈ ਹੈਗੀ ਆ। ਸੋ ਔਰ ਅਗਰ ਮੈਂ ਉਹਨਾਂ ਲਈ ਇੱਕ ਹੋਰ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਇਹ ਲੋਕ ਕਿਉਂ ਐਸਾ ਕੀ ਅਸਰ ਇਹਨਾਂ ਦਾ ਹੈ ਵੀ ਜਿਹੜਾ ਇੰਨਾ ਜ਼ਿਆਦਾ ਇਨਫਲੂਐਂਸ ਆ, ਉਹ ਕਿਉਂਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਉਹ ਹਿਡਨ ਕੁਆਲਿਟੀਜ਼ ਆ, ਉਹ ਫੀਅਰਲੈਸਲੀ ਦੇਸ਼ ਭਗਤੀ ਦੀ ਭਾਵਨਾ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਹਰ ਧਰਮ, ਜ਼ਾਤ, ਮਜ਼ਹਬ ਜਿਨ੍ਹਾਂ ਤੋਂ ਸਾਨੂੰ ਬਹੁਤ ਲੋੜ ਆ ਜਿਹੜੀ ਸਵਰਾਜ ਖੜਾ ਕਰਨ ਦੀ ਉਹ ਗੱਲ ਕਰ ਰਹੇ ਸੀ। ਸੋ ਬਾਬਾ ਬਚਨ ਸਿੰਘ ਜੀ ਵੀ ਔਰ ਜਾਂ ਭਗਤ ਸਿੰਘ ਜੀ, ਹੋਰ ਜਿੰਨੇ ਵੀ ਰਾਜਗੁਰੂ ਸੁਖਦੇਵ, ਕਰਤਾਰ ਸਿੰਘ ਸਰਾਭਾ, ਸੁਭਾਸ਼ ਚੰਦਰ ਬੋਸ, ਕਿੰਨੇ ਐਸੇ ਟਰੂ ਪੈਟਰੀਓਟਿਕਸ ਹੋਏ ਆ। ਨਾ ਜਾਣੇ ਇਸਕਾ ਹੋਗਾ ਫੈਸਲਾ ਕੈਸੇ ਖੁਦਾ ਜਾਣੇ। ਸੋ ਬਾਬਾ ਬਚਨ ਸਿੰਘ ਜੀ ਲਈ ਖਾਸ ਕਰਕੇ ਜਿੰਨਾ ਉਹਨਾਂ ਨੂੰ ਕਲੋਜ਼ਲੀ ਜਾਣਨ ਦਾ ਮੌਕਾ ਮਿਲਿਆ ਔਰ ਉਹਨਾਂ ਦੇ ਰੂਹ ਦੇ ਨਾਲ ਮੈਂ ਇੱਕ ਬੜੀ ਅਟੈਚਮੈਂਟ ਮਹਿਸੂਸ ਕੀਤੀ। ਔਰ ਕੋਈ ਵੀ ਕਰੇਗਾ, ਇਹ ਮੇਰੇ ਇਕੱਲੀ ਦਾ ਗੱਲ ਨਹੀਂ, ਮੇਰੀ ਕੋਈ ਇੰਡੀਵਿਜੂਅਲ ਇਹ ਨਹੀਂ, ਕੋਈ ਵੀ ਉਹਨਾਂ ਨੂੰ ਪੜ੍ਹੂਗਾ, ਜਾਣੂਗਾ, ਉਹ ਜ਼ਰੂਰ ਇਸ ਚੀਜ਼ ਤੋਂ ਇਨਫਲੂਐਂਸਡ ਹੋਊਗਾ। ਨਾ ਜਾਣੇ ਇਸਕਾ ਹੋਗਾ ਫੈਸਲਾ ਕੈਸੇ ਖੁਦਾ ਜਾਣੇ, ਹੁਆ ਬੰਦੇ ਸੇ वो एकदम खुदा कैसे खुदा जाने। ਸੋ ਲਾਇਬ੍ਰੇਰੀ ਇਹਦੇ 'ਚ ਕਿੱਦਾਂ ਅਹਿਮ ਰੋਲ ਪਲੇ ਕਰ ਸਕਦੀ ਹੈ ਕਿ ਜਦੋਂ ਤੁਹਾਡੀ ਸੋਚ ਇੱਕ ਜਿਹੜੀ ਇੰਟੈਲੀਜੈਂਸ ਆ, ਯੋਰ ਡਿਲੀਜੈਂਸ, ਵੈਨ ਯੂ ਅਡੋਪਟ ਦੈਟ ਸਗੇਸ਼ੀਅਸ ਅਪਰੋਚ, ਜਦੋਂ ਤੁਸੀਂ ਇੱਕ ਰਾਈਟ ਡਾਇਰੈਕਸ਼ਨ ਦੇ ਵਿੱਚ ਉਹ ਜਾਏ ਤਾਂ ਕੋਈ ਵੀ ਨੇਸ਼ਨ ਕਿੱਦਾਂ ਪ੍ਰੋਗਰੈਸ ਨਹੀਂ ਕਰੂਗਾ। ਸੋ ਉਹਦੇ ਲਈ ਇੱਕ ਜਿਹੜੇ ਮਾਈਂਡ ਦੇ ਡਿਸਿਪਲਿਨਸ ਹੁੰਦੇ ਆ, ਨੰਬਰ 1 ਕਾਮਨੈਸ, ਜੈਂਟਲਨੈਸ, ਸਾਇਲੈਂਸ, ਸੈਲਫ ਰਿਸਟ੍ਰੇਂਟਸ ਐਂਡ ਪਿਓਰਿਟੀ ਆਫ ਮਾਈਂਡ। ਔਰ ਇਹ ਡਿਸਿਪਲਿਨ ਜਿਹੜੀ ਆ ਲਾਇਬ੍ਰੇਰੀ ਬੁੱਕਸ ਨਾਲ ਜੁੜ ਕੇ ਹੀ ਮਿਲਦੀ ਹੈਗੀ ਆ। ਇੱਕ ਕਿਤਾਬ ਹੀ ਤੁਹਾਡੀ ਲਾਈਫ 'ਤੇ ਬਹੁਤ ਮੈਜੀਕਲ ਅਸਰ ਪਾ ਸਕਦੀ ਹੈਗੀ ਆ। ਜਿੱਦਾਂ ਮੈਨੂੰ ਵੀ, ਮੇਰੇ ਸਿਸਟਰਸ ਨੂੰ, ਸਾਨੂੰ ਵੀ ਸਾਰਿਆਂ ਨੂੰ ਨਾ ਜਦੋਂ ਅਸੀਂ 10th 'ਚ ਸੀ ਜਾਂ ਐਗਜ਼ਾਮਸ ਤੋਂ ਫ੍ਰੀ ਹੁੰਦੇ ਸੀ ਤਾਂ ਉਸ ਵੇਲੇ ਫੋਨਸ ਤਾਂ ਇਹ ਨਹੀਂ ਹੁੰਦੇ ਸੀ। ਔਰ ਅਸੀਂ ਵੀ ਇਸੇ ਯੁੱਗ ਨੂੰ ਬਿਲੀਵ ਕਰਦੇ ਹਾਂ, ਬੀਇੰਗ ਯੰਗ ਸਟਿਲ ਟੈਕਨੋਲੋਜੀ ਵੀ ਇਜ਼ ਇੰਪੋਰਟੈਂਟ। ਸਮੇਂ ਦੇ ਨਾਲ ਜ਼ਰੂਰ ਜਿਹੜੀ ਹੈਗਾ ਬਦਲਣਾ ਚਾਹੀਦਾ ਹੈਗਾ ਔਰ ਤੁਹਾਨੂੰ ਹਰ ਹਾਲਤ ਵਿੱਚ ਕੰਪਲੀਟਲੀ ਅਡੋਪਟ ਐਂਡ ਅਡੈਪਟੇਬਿਲਿਟੀ ਦੀ ਕੁਆਲਿਟੀ ਹੋਣੀ ਚਾਹੀਦੀ ਹੈਗੀ ਆ। ਪਰ ਜਿਹੜੀ ਉਹ ਓਰੀਜਨਲ ਨੌਲੇਜ, ਥੋਰੋ ਨੌਲੇਜ ਬੁੱਕਸ ਦਿੰਦੀਆਂ, ਜਿਸ ਤਰ੍ਹਾਂ ਉਹ ਡੈਡੀ ਹਮੇਸ਼ਾ ਬੁੱਕਸ ਦਿੰਦੇ ਹੁੰਦੇ ਸੀ ਕੋਈ ਨਾ ਕੋਈ। ਸੋ ਉਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ 10th ਤੋਂ ਬਾਅਦ ਹੀ ਬੁੱਕ ਦਿੱਤੀ ਸੀ ਸਕਸੈਸ ਐਂਡ ਅਚੀਵਮੈਂਟ। ਸੋ ਫਿਰ ਐਲਫਰੈਡ ਐਡਲਰ ਬਹੁਤ ਰਿਨਾਊਂਡ ਵਰਲਡ ਵਾਈਡ ਵਰਡਸਮਿਥ ਹੋਏ ਹੈਗੇ ਆ, ਬਹੁਤ ਵੱਡੇ ਆਥਰ ਹੋਏ ਆ। 2 ਹੀ ਕਿਤਾਬਾਂ ਉਹਨਾਂ ਨੇ ਲਿਖੀਆਂ, ਅੰਡਰਸਟੈਂਡਿੰਗ ਹਿਊਮਨ ਨੇਚਰ ਐਂਡ ਉਹਨਾਂ ਦੀ ਬੁੱਕ ਸੀ ਵਟ ਲਾਈਫ ਸ਼ੁੱਡ ਮੀਨ ਟੂ ਯੂ। ਉਹਦਾ ਕਰੈਕਸ ਵੀ ਮੈਂ ਬੱਚਿਆਂ ਨਾਲ ਹਮੇਸ਼ਾ ਸ਼ੇਅਰ ਕਰਦੇ ਹਾਂ। ਸਾਡੀ ਸਕੂਲ 'ਚ ਵੀ ਬਹੁਤ ਅੱਛੀ ਲਾਇਬ੍ਰੇਰੀ, ਸਰਕਾਰ ਦਾ ਬੜਾ ਯੋਗਦਾਨ ਰਹਿੰਦਾ ਹੈਗਾ। ਬਹੁਤ ਜ਼ਿਆਦਾ ਕਿਤਾਬਾਂ ਹਰ ਤਰ੍ਹਾਂ ਦੀਆਂ ਆਉਂਦੀਆਂ ਹੈਗੀਆਂ, ਜਿਹੜੀ ਇੱਕ ਹਾਰਮੋਨੀਅਸ ਡਿਵੈਲਪਮੈਂਟ ਇੱਕ ਕਿਸੇ ਵੀ ਸਟੂਡੈਂਟ ਦੀ, ਕਿਸੇ ਵੀ ਇੰਡੀਵਿਜੂਅਲ ਦੀ ਹੋਣੀ ਚਾਹੀਦੀ ਹੈ। ਉਹ ਪਹਿਲਾਂ ਪੇਰੈਂਟਸ ਤੋਂ, ਫਿਰ ਅਗਰ ਪੇਰੈਂਟਸ ਵਿਚਾਰੇ ਕੋਈ ਇਸ ਲਾਇਕ ਨਹੀਂ, ਟੀਚਰਸ ਦਾ ਅਹਿਮ ਯੋਗਦਾਨ ਹੁੰਦਾ ਹੈਗਾ। ਸੋ ਇਹਦੇ ਲਈ ਮੈਂ ਇਹੀ ਜ਼ਰੂਰ ਕਹੂੰਗੀ, ਕਿਉਂਕਿ ਇਹ ਅਗਰ ਮੈਂ ਕੁਛ ਬਿਊਟੀਫੁਲ ਕਪਲੇਟਸ ਦੇ ਨਾਲ ਕਈ ਵਾਰੀ ਗੱਲ ਨੂੰ ਗਲੋਰੀਫਾਈ ਕੀਤਾ ਜਾਂਦਾ ਤਾਂ ਕਿ ਉਹਨੂੰ ਬਹੁਤ ਅੱਛੀ ਤਰ੍ਹਾਂ ਦੇ ਨਾਲ ਸਮਝਾਇਆ ਜਾ ਸਕੇ ਔਰ ਉਹ ਗੱਲ ਅਸਰ ਵੀ ਬਹੁਤ ਕਰਦੀ। ਖੁਸ਼ਬੂ ਕੋ ਹੋਤਾ ਹੈ ਸ਼ੌਕ ਫੈਲਨੇ ਕਾ ਮਗਰ, खुशबू को होता है शौक फैलने का मगर मुमकिन नहीं हवाओं से रिश्ता किए बगैर। सो एक खुशबू जड़ी एक स्टूडेंट दे अंदर है वो गुडनेस दी। और एज एन एजुकेशनिस्ट आई डू बिलीव, वी ऑल बिलीव, मेरे होर भी जिन्ने एजुकेशनिस्ट हैगे ने, एवरी गुड हैज़ द कैपेसिटी टू बिकम बेस्ट
don't take rest until that good becomes best. ਇਹ ਜਿਹੜਾ ਬੋਲਣਾ ਹੈ, ਇਹਨਾਂ ਦੇ ਜਿਹੜੇ ਬੋਲ ਹੈਗੇ ਆ, ਜਿਹਨੂੰ ਤੇ ਕਹਿੰਦੇ ਵੀ ਕਿਤਾਬਾਂ ਆਪ ਬੋਲਦੀਆਂ। ਜਿਹੜਾ ਲਿਟਰੇਚਰ ਅਸੀਂ ਪੜ੍ਹਿਆ ਹੈਗਾ ਆ, ਉਹ ਸਾਡੀ ਜ਼ੁਬਾਨ 'ਤੇ ਜਾਂ ਸਾਡੇ ਸ਼ਬਦਾਂ ਦੇ ਵਿੱਚ ਆਪਣੇ ਆਪ ਜਿਹੜਾ ਉਹ ਆਉਣ ਲੱਗ ਪੈਂਦਾ ਆ। ਬੜੀ ਡਿਟੇਲ ਦੇ ਵਿੱਚ ਇਹਨਾਂ ਨੇ ਦੱਸਿਆ, ਜ਼ਿਕਰ ਕੀਤਾ ਬਾਬਾ ਬਚਨ ਸਿੰਘ ਕਿੰਗ ਆਫ ਰੁੜਕਾ ਕਲਾਂ ਦਾ। ਸਾਡੇ ਬਹੁਤ ਹੀ ਸਤਿਕਾਰਯੋਗ ਹਸਤੀ ਸਾਡੇ ਰੁੜਕਾ ਕਲਾਂ ਵਾਸਤੇ ਬੜੇ ਮਾਣ ਦੀ ਅਤੇ ਇਤਿਹਾਸਕ ਜਿਹੜੀ ਚੀਜ਼ ਵਾਪਰੀ ਹੈਗੀ ਆ 5 ਮਈ ਨੂੰ, ਜਿਹੜੇ ਸਾਡੇ ਸ਼ਹੀਦ ਆਜ਼ਮ ਸਰਦਾਰ ਜੋ ਕਿ ਨੌਜਵਾਨਾਂ ਦੀ ਨਹੀਂ, ਮੈਂ ਹਰੇਕ ਉਮਰ ਵਰਗ ਜਿਹੜਾ ਉਹਨਾਂ ਦੇ ਦਿਲਾਂ ਦੇ ਵਿੱਚ ਜੇ ਸ਼ਖਸੀਅਤ ਵੱਸਦੀ ਹੈ, ਸ਼ਹੀਦ ਭਗਤ ਸਿੰਘ ਅਜਿਹਾ ਇੱਕ ਨਾਂ ਹੈਗਾ। ਉਹਨਾਂ ਦੇ ਵੰਸ਼ਜ, ਉਹਨਾਂ ਦੇ ਪਰਿਵਾਰ ਦੇ ਅੰਸ਼ ਵੰਸ਼, ਉਹਨਾਂ ਦੇ ਭਾਣਜੇ ਸਰਦਾਰ ਜਗਮੋਹਨ ਸਿੰਘ ਪ੍ਰੋਫੈਸਰ ਸਾਹਿਬ, ਉਹ ਉਚੇਚੇ ਤੌਰ 'ਤੇ ਇਸ ਲਾਇਬ੍ਰੇਰੀ ਦਾ ਉਦਘਾਟਨ ਕਰਨ ਵਾਸਤੇ ਪਹੁੰਚਿਆ ਗਿਆ। ਮੈਡਮ ਜੀ ਹੁਣਾਂ ਨੇ ਬੜੇ ਵਿਸਤਾਰ ਨਾਲ, ਕਿਉਂਕਿ ਇਹਨਾਂ ਦੇ ਸ਼ਬਦਾਂ 'ਚੋਂ ਜਿਹੜੀ ਉਹ ਕਿਸੇ ਵੀ ਜਿਹੜਾ ਸਾਡਾ ਦੇਸ਼ ਭਗਤ ਹੈਗਾ ਆ, ਉਹਨਾਂ ਵਾਸਤੇ ਜਿਹੜਾ ਆਦਬ ਮਾਣ, ਜਿਹੜਾ ਸਤਿਕਾਰ ਹੈਗਾ ਆ, ਉਹ ਸਿਰਫ ਕੱਲੀਆਂ ਫੋਟੋਆਂ ਲਾ ਕੇ ਜਾਂ ਦਿਖਾਵੇ ਦੀ ਚੀਜ਼ ਨਹੀਂ, ਉਹ ਸਾਡੇ ਸ਼ਬਦਾਂ ਵਿੱਚੋਂ ਸਾਡੀ ਅੰਦਰੂਨੀ ਜਿਹੜੀ ਭਾਵਨਾ ਹੈਗੀ ਆ, ਉਹ ਆਪਣੇ ਆਪ ਜਿਹੜੀ ਆ ਉਹ ਡੁੱਲਦੀ ਹੁੰਦੀ ਆ। ਅਤੇ ਇਹਨਾਂ ਦੇ ਜਿਹੜੇ ਮਨ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜਾਂ ਸ਼ਹੀਦਾਂ ਦੀ ਜਿਹੜੀ ਸੋਚ ਹੈਗੀ ਆ, ਉਹਦੇ ਪ੍ਰਤੀ ਜਿਹੜੀ ਸਮਰਪਣ ਦੀ ਔਰ ਜਿਹੜੀ ਸਤਿਕਾਰ ਦੀ ਭਾਵਨਾ ਉਹ ਇਹਨਾਂ ਦੇ ਬੋਲਾਂ ਵਿੱਚੋਂ ਆ, ਉਹ ਆਪਣੇ ਆਪ ਜਿਹੜੀ ਉਹ ਝਲਕਦੀ ਪਈ ਹੈਗੀ ਆ। ਇਹਨਾਂ ਨੇ ਨਾਲ ਮੈਸੇਜ ਵੀ ਦਿੱਤਾ ਕਿ ਸਿਰਫ ਅਸੀਂ ਉਹ ਜਿਹੜੇ ਸਾਡੇ ਜਿਹੜੇ ਸ਼ਹੀਦ ਹੈਗੇ ਆ, ਉਹਨਾਂ ਨੂੰ ਸਿਰਫ ਪੜ੍ਹ ਕੇ ਜਾਂ ਉਹਨਾਂ ਦੇ ਦਿਨ ਮਨਾ ਕੇ ਜਿਹੜਾ ਆ ਆਪਾਂ ਸਿਰਫ ਉਹਦੀ ਖਾਨਾ ਪੂਰਤੀ ਨਹੀਂ ਕਰਨੀ। ਬਹੁਤ ਹੀ ਜਿਹੜੀਆਂ ਖੂਬਸੂਰਤ ਪੰਕਤੀਆਂ ਮੈਡਮ ਜੀ, ਕਿ ਹਮ ਅਭੀ ਸੇ ਕਿਆ ਬਤਾएं ਕਿ ਕਿਆ ਹਮਾਰੇ ਦਿਲ ਮੇਂ ਹੈ। ਸੋ ਇਹ ਜਿਹੜੀ ਸੋਚ ਹੈਗੀ ਆ, ਸਾਡੇ ਜਿਹੜਾ ਨੌਜਵਾਨ ਹੈ, ਸਾਡਾ ਜਿਹੜਾ ਬੱਚਾ ਆ, ਉਹਦੇ ਜਦੋਂ ਮਨ ਵਿੱਚ ਇਹ ਚੀਜ਼ ਘਰ ਕਰ ਗਈ ਵੀ ਜਿਹੜੀ ਸਾਡੀ ਐਨਰਜੀ ਆ, ਸਾਡੇ ਸ਼ਹੀਦਾਂ ਨੇ ਜਾਂ ਸਾਡੀਆਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਜੋ ਸਾਨੂੰ ਇਹ ਜਿਹੜਾ ਸਾਨੂੰ ਸ਼ਕਤੀ ਸਾਨੂੰ ਬਖਸ਼ੀ ਹੈਗੀ ਆ, ਸਾਨੂੰ ਜਿਹੜਾ ਗਿਆਨ ਬਖਸ਼ਿਆ, ਜਾਂ ਜਿਹੜੀਆਂ ਸ਼ਹੀਦੀ ਦੀ ਜਿਹੜੀ ਪਰੰਪਰਾ ਸਾਡੇ ਵਾਸਤੇ ਛੱਡ ਕੇ ਗਏ ਆ, ਹੈ ਨਾ, ਇੱਕ ਵਿਰਸਾ ਸਾਡੇ ਲਈ ਛੱਡ ਕੇ ਗਏ ਆ। ਸਾਡੇ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਦੇਸ਼ ਭਗਤ ਹੋਏ ਆ, ਗਦਰੀ ਬਾਬੇ ਹੋਏ ਆ, ਬੱਬਰ ਅਕਾਲੀ ਲਹਿਰ ਦੇ ਵਿੱਚ ਸ਼ਹਾਦਤਾਂ ਦਿੱਤੀਆਂ, ਸੰਘਰਸ਼ ਚੱਲਿਆ। ਜਦੋਂ ਇਹ ਐਨਰਜੀ, ਇਹ ਇਤਿਹਾਸ ਸਾਡੇ ਸੀਨੇ ਦੇ ਵਿੱਚ ਜਦੋਂ ਵਸ ਜਾਂਦਾ ਆ, ਫਿਰ ਇਹ ਸ਼ਬਦਾਂ ਦੀ ਸਾਨੂੰ ਜਿਹੜੀ ਕੀਮਤ ਪਤਾ ਲੱਗਦੀ ਵੀ ਹਮ ਅਭੀ ਸੇ ਕਿਆ ਬਤਾएं ਕਿ ਕਿਆ ਹਮਾਰੇ ਦਿਲ ਮੇਂ ਹੈ ਨਾ। ਬਾਬਾ ਬਚਨ ਸਿੰਘ ਜੀ ਬਾਰੇ ਮੈਨੂੰ ਇੱਕ ਹੋਰ ਬਹੁਤ ਗ੍ਰੇਟ ਗੱਲ ਯਾਦ ਆ ਰਹੀ ਸੀ ਕਿ ਦੇਖੋ ਉਹਨਾਂ ਦਾ ਜਜ਼ਬਾ ਔਰ ਉਹਨਾਂ ਦੀ ਸੋਚ। ਹੁਣ ਅਸੀਂ ਤਾਂ ਕਦੀ ਮਰਦੇ ਦਮ ਤੱਕ ਮੈਨੂੰ ਇਹ ਹੁੰਦਾ ਕਿ ਉਹਨੂੰ ਇੰਪਲੀਮੈਂਟ ਲਾਈਫ ਦੇ ਵਿੱਚ, ਜੋ ਪ੍ਰੋਫੈਸਰ ਸਾਹਿਬ ਵੀ ਗੱਲ ਕਰ ਰਹੇ ਸੀ ਕਿ ਉਹਨੂੰ ਜਿੰਨਾ ਚਿਰ ਅਸਲ ਵਿੱਚ ਆਪਾਂ ਇੰਪਲੀਮੈਂਟ ਨਹੀਂ ਕਰਦੇ। ਅਗਰ ਮੈਂ ਵੀ ਕੋਈ ਗੱਲ ਇੱਥੇ ਬੈਠੀ ਇੱਕ ਜ਼ਿੰਮੇਵਾਰੀ ਨਾਲ, ਇੱਕ ਰਿਸਪੌਂਸਿਬਿਲਟੀ ਨਾਲ ਕਹਿ ਰਹੀ ਹਾਂ, ਉਹ ਹਰ ਗੱਲ ਪਹਿਲਾਂ ਮੇਰੇ ਖੁਦ 'ਤੇ ਲਾਗੂ ਹੁੰਦੀ ਹੈ। ਫਿਰ ਹੀ ਮੈਂ ਆਪਣੇ ਸਟੂਡੈਂਟਸ ਨੂੰ ਹਮੇਸ਼ਾ ਕਲਾਸ ਤੱਕ ਜ਼ਰੂਰ ਰੱਖਿਆ ਵੀ ਜਿੱਥੇ ਵੀ ਉਹ ਸਟੂਡੈਂਟਸ ਜਾਣ, ਉਹ ਇੱਕ ਪੀਸਫੁਲ, ਬਹੁਤ ਹੈਪੀ, ਸਕਸੈਸਫੁਲ ਲਾਈਫ ਔਰ ਇੱਕ ਆਪਣੀ ਸੋਸ਼ਲ ਨੈਸ਼ਨਲ ਓਬਲੀਗੇਸ਼ਨ ਜਿਹਨਾਂ 'ਤੇ ਜ਼ੋਰ ਦਿੱਤਾ ਜਾਂਦਾ ਹੈ, ਵਰਡਸ ਨਹੀਂ, ਅਗਰ ਇਹਨਾਂ ਨੂੰ ਆਪਾਂ ਸੱਚੀ ਪੂਰਾ ਕਰੀਏ। ਅਤੇ ਉਹ ਬਾਬਾ ਬਚਨ ਸਿੰਘ ਜੀ ਉਸ ਵੇਲੇ ਜਿਹੜੇ ਜਿੰਨਾ ਮੁਸਲਿਮ ਭਾਈਚਾਰਾ ਸੀ ਨਾ, ਉਹਨਾਂ ਨੂੰ ਉਹ ਰਿਫਿਊਜੀ ਕੈਂਪਸ ਦੇ ਵਿੱਚ ਉਹ ਆਪ ਛੱਡ ਕੇ ਆਏ ਸੀ। ਬਿਲਕੁਲ ਜੀ। ਇਹ ਇੱਕ ਮਿੰਟ ਮੈਂ ਤੁਹਾਡੇ ਟਾਈਮ ਸਮਝ ਲਿਆ, ਇਹ ਸਾਡੇ ਸਮਾਜ ਦੀ ਤਰਾਸ ਦੀ ਆਪਾਂ ਕਹਿ ਸਕਦੇ ਵੀ ਜਿਹੜੇ ਸਾਡੇ ਅੱਜ ਦੇ ਰੋਲ ਮਾਡਲ ਹੈਗੇ ਆ, ਉਹਨਾਂ ਦਾ ਜਿਹੜਾ ਮਿਆਰ ਆ ਬਹੁਤ ਜਿਹੜਾ ਥੱਲੇ ਚੱਲ ਗਿਆ। ਜੇ ਸਾਡੇ ਰੋਲ ਮਾਡਲ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਹੋਣ, ਬਾਬਾ ਸੋਹਣ ਸਿੰਘ ਭਕਨਾ ਹੋਣ, ਬਾਬਾ ਬਚਨ ਸਿੰਘ ਹੋਣ, ਇਹ ਜੇ ਸਾਡੇ ਰੋਲ ਮਾਡਲ ਇਹੋ ਜਿਹੇ ਹੋਣ ਤਾਂ ਉਹ ਜਿਹੜਾ ਬੱਚਾ ਆ ਕਦੀ ਵੀ ਕਿਸੇ ਗਲਤ ਦਿਸ਼ਾ ਵਿੱਚ ਨਹੀਂ ਜਾ ਸਕੂਗਾ। ਸਾਡੇ ਸਮਾਜ ਦੀਆਂ ਜਿਹੜੀਆਂ 90% ਜਿਹੜੀਆਂ ਬੁਰਾਈਆਂ, ਉਹ ਆਪਣੇ ਆਪ 100% ਆਪਾਂ ਕਹਿ ਸਕਦੇ ਬੁਰਾਈਆਂ ਖਤਮ ਹੋ ਜਾਣ ਜੇ ਸਾਡੇ ਰੋਲ ਮਾਡਲ ਇਹੋ ਜਿਹੇ ਹੋ ਜਾਣਗੇ। ਜਿਹੜਾ ਐਜੂਕੇਸ਼ਨ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਤੁਹਾਡੀ ਸੋਚ ਨੂੰ ਉਠਾਉਂਦੀ ਹੈਗੀ ਆ। ਹੁਣ ਆ ਜਿਹੜਾ ਆਪਾਂ ਗੱਲ ਕਰ ਰਹੇ ਸੀ ਵੀ ਆਪਣੇ ਇਹ ਮੰਦਿਰ ਮਸਜਿਦ, ਹਾਲਾਂਕਿ ਯੂਨਿਟੀ ਇਨ ਡਾਇਵਰਸਿਟੀ ਹੈ, ਸੋ ਬਹੁਤ ਸੋਹਣਾ ਕਿਹਾ ਗਿਆ ਹੈਗਾ कि तेरा हुआ जिक्र तो सजदे में तेरे झुक गए। अब क्या फ़र्क पड़ता है कि मंदिर में झुक गए कि मस्जिद में झुक गए। सो ये सोच उन्होंने लोगों की उदों तो ही सी, हमेशा बहुत पहला, और ये हमेशा रहनी चाहिए हैगी है। सो सोसाइटी ਦੇ ਵਿੱਚ ਇੱਕ ਬੈਲੈਂਸ ਜਿਹੜਾ ਹੈਗਾ, ਉਹਦੇ 'ਚ ਟੀਚਰ ਦਾ ਬਹੁਤ ਅਹਿਮ ਰੋਲ ਹੈਗਾ ਆ। ਇਹ ਲੈਗੇਸੀ ਨੂੰ, ਨੇਸ਼ਨ ਬਿਲਡਰ ਆਪਾਂ ਉਹਨਾਂ ਨੂੰ ਕਿਉਂ ਕਿਹਾ ਜਾਂਦਾ, ਕਿਉਂਕਿ ਉਹ ਲੈਗੇਸੀ ਨੂੰ ਇੱਕ ਕੌਮ ਤੋਂ ਦੂਜੀ ਕੌਮ ਤੱਕ ਅੱਗੇ ਲੈ ਕੇ ਜਾਣਾ। ਕਿਉਂਕਿ ਹਰ ਟੀਚਰ ਉਹ ਖੁਦ ਅਗਰ ਉਹਦੇ ਜੋ ਐਕਸਪੀਰੀਅੰਸਿਸ ਆ ਉਹਦੇ ਪਿੱਛੇ ਇੰਨੇ ਜਿਹੜੇ ਹਾਰਡ ਵਰਕਰ, ਗ੍ਰੇਟ ਸੋਚ ਰੱਖਣ ਵਾਲੇ, ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਵੀ ਨੇ। ਅੱਗੇ ਮੈਂ ਹਮੇਸ਼ਾ ਸੋਚਦੇ ਹੁੰਦੇ ਸੀ, ਫਾਰਸੀ 'ਚ ਇੱਕ ਕਹਾਵਤ ਹੈ, जो एक नज़र से करते थे खाक को अक्सीर, कहाँ गए वो मौलियम, वो मेहरबान उस्ताद, वेयर हैव गॉन दोज काइंड पैरागॉग्स हु ट्रांसफर्ड डस्ट इनटू एलेक्सर विद अ सिंगल लुक। सो प्रोफैसर साहब जी की सोच, जिन्हां टीचर्स तो असी पढ़े, उस तो पहला सब तो पहला तुहाडे टीचर तुहाडे पेरेंट्स हुंदे आ, मदर फादर। सो ये बैलेंस
ਬਣਾ ਕੇ ਜਿਹੜਾ ਹੈਗਾ ਇੱਕ ਮੇਲ ਫੀਮੇਲ ਦੇ ਵਿੱਚ ਵੀ ਬੋਥ ਆਰ ਨਾਟ ਟੂ ਕੰਪੀਟ ਈਚ ਅਦਰ, ਦੇ ਆਰ ਟੂ ਕੰਪਲੀਟ ਈਚ ਅਦਰ। ਸੋ ਐਸੀ ਸੋਚ ਹੋਣੀ ਚਾਹੀਦੀ ਹੈਗੀ ਆ। ਜਿੱਦਾਂ ਮੈਂ ਲਾਇਬ੍ਰੇਰੀ ਦਾ ਦੱਸਿਆ ਕਿ ਜਿੰਨਾ ਸਮਾਂ ਉਹ ਵੱਧ ਤੋਂ ਵੱਧ ਇੱਥੇ ਆਉਣਗੇ, ਆਪਣੇ ਸਿਲੇਬਸ ਦੀਆਂ ਜਿੰਨਾ ਜ਼ਰੂਰੀ ਹੁੰਦੀਆਂ ਬੁੱਕਸ ਪੜ੍ਹਨਾ, ਪਰ ਸਾਨੂੰ ਵੀ ਨਾਲ ਦੇ ਨਾਲ ਇੱਕ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦੇ ਲਈ ਤੁਹਾਨੂੰ ਅਲੱਗ-ਅਲੱਗ ਇਹ ਜਿਹੜੇ ਗ੍ਰੇਟ ਸਕਾਲਰਸ ਹੈਗੇ ਆ, ਟਰੂ ਵਰਚੂਜ਼ੋਸ ਪ੍ਰੋਡੀਜੀਜ਼, ਇਹਨਾਂ ਨੂੰ ਵਰਡ ਬਹੁਤ ਬਿਊਟੀਫੁਲ ਵਰਤਿਆ ਜਾਂਦਾ ਹੈਗਾ। ਦੀਜ਼ ਆਰ ਨਾਟ ਵਰਡਸ, ਪਰ ਉਹ ਸੋਚ ਰੱਖਣ ਵਾਲੇ ਔਰ ਉਹਨੂੰ ਆਪਣੀ ਜ਼ਿੰਦਗੀ 'ਚ ਅਮਲ ਕਰਨ ਦੇ ਲਈ ਬੁੱਕਸ ਦੀ ਬਹੁਤ ਲੋੜ ਆ। ਔਰ ਉਹ ਮਜ਼ਬੂਤੀ, ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਵੀ ਕਹਿ ਰਹੇ ਸੀ, ਉਹ ਹਜੇ ਤੱਕ ਉਹਨਾਂ ਦੇ ਹੀ ਵਰਡਸ, ਉਹ ਸੋਚ ਜਿਹੜੀ ਹੈਗੀ ਆ ਬਿਲਕੁਲ ਫੋਲੋ ਕਰਦੇ ਆ ਔਰ ਕਰਦੇ ਰਵਾਂਗੇ ਕਿ ਉਹ ਤੁਹਾਨੂੰ ਮਜ਼ਬੂਤੀ ਜਿਹੜੀ ਸਟਰੈਂਥ ਆ ਉਹ ਬੁੱਕਸ ਦਿੰਦੀਆਂ। ਐਂਡ ਸਟਰੈਂਥ ਰਿਸਪੈਕਟ ਸਟਰੈਂਥ। ਕਹਿੰਦੇ ਆ ਨਾ ਕਿ ਦੁਨੀਆ ਮੰਨਦੀ ਜ਼ੋਰਾਂ ਨੂੰ, ਲੱਖ ਲਾਨਤ ਹੈ ਕਮਜ਼ੋਰਾਂ ਨੂੰ। ਸੋ ਕਮਜ਼ੋਰ ਨਹੀਂ ਬਣਨਾ। ਵੀ ਜੋ ਉਹਨਾਂ ਦਾ ਮੈਸੇਜ ਇਹੀ ਸੀ ਕਿ ਪਹਿਲਾਂ ਤਾਂ ਗੁੱਡ ਹੈਲਥ, ਗੁੱਡ ਐਜੂਕੇਸ਼ਨ, ਫਿਰ ਆਪਣਾ ਜਿਹੜਾ ਕਿਸੇ ਵੀ ਹਾਲਤ ਵਿੱਚ ਹਿੰਮਤ ਹੌਸਲਾ ਨਹੀਂ ਹਾਰਨਾ ਔਰ ਬਹੁਤ ਮਿਹਨਤ ਦੇ ਨਾਲ ਪੜ੍ਹਨਾ। ਇਹ ਹਰ ਪਿੰਡ 'ਚ ਇਹ ਲਾਇਬ੍ਰੇਰੀ ਹੋਣੀ ਬਹੁਤ ਜ਼ਰੂਰੀ ਹੈ। ਸੋ ਬਹੁਤ ਹੀ ਜ਼ਿਆਦਾ ਪ੍ਰੋਗਰੈਸਿਵ ਇੱਕ ਸ਼ਲਾਘਾਯੋਗ ਕਦਮ ਹੈਗਾ। ਕਮਜ਼ੋਰਾਂ ਦੀ ਤੁਸੀਂ ਗੱਲ ਕੀਤੀ ਆ, ਜਿਹਦੇ ਕੋਲ ਗਿਆਨ ਆ ਜਾਵੇ, ਜਿਹਨੂੰ ਜਾਣਕਾਰੀ ਮਿਲ ਗਈ ਆ, ਉਹ ਬੰਦਾ ਆਪਣੇ ਆਪ ਨੂੰ ਕਦੀ ਕਮਜ਼ੋਰ ਨਹੀਂ ਮੰਨੂਗਾ। ਸੋ ਬਹੁਤ ਵੱਡੀ ਲੋੜ ਹੈਗੀ ਆ ਕਿਤਾਬਾਂ ਦੀ, ਇਹਨਾਂ ਲਾਇਬ੍ਰੇਰੀਆਂ ਦੀ। ਰੁੜਕਾ ਕਲਾਂ ਨਗਰ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਪਹਿਲ ਕਦਮੀ ਕੀਤੀ ਗਈ ਹੈਗੀ ਆ ਵੀ ਨਗਰ ਦੇ ਵਿੱਚ ਜਿਹੜੀ ਆ ਲਾਇਬ੍ਰੇਰੀ ਆ ਉਹਦਾ ਉਦਘਾਟਨ ਕੀਤਾ ਗਿਆ ਅਤੇ ਲਾਇਬ੍ਰੇਰੀ ਸ਼ੁਰੂ ਹੋ ਚੁੱਕੀ ਆ। ਇਹੋ ਜਿਹੇ ਜਿਹੜੇ ਉਦਮ ਹੈ, ਇਹੋ ਜਿਹੇ ਉਪਰਾਲੇ ਆ ਲਗਭਗ ਸਾਰੇ ਨਗਰਾਂ ਦੇ ਵਿੱਚ ਕਰਨ ਦੀ ਲੋੜ ਹੈ, ਖਾਸ ਕਰਕੇ ਲੜਕੀਆਂ ਵਾਸਤੇ। ਕਿਉਂਕਿ ਕਈ ਵਾਰ ਪਰਿਵਾਰਾਂ ਵਿੱਚ ਆਪਾਂ ਦੇਖਦੇ ਹੈਗੇ ਆ ਵੀ ਪੜ੍ਹਾਈ ਦਾ ਮਾਹੌਲ ਨਹੀਂ ਹੁੰਦਾ ਜਾਂ ਇਕਾਂਤ ਉਹੋ ਜਿਹਾ ਮਾਹੌਲ ਜਿਹੋ ਜਿਹਾ ਪੜ੍ਹਾਈ ਵਾਸਤੇ ਚਾਹੀਦਾ ਉਹਦੀ ਲੋੜ ਨਹੀਂ ਹੁੰਦੀ। ਸੋ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਅਤੇ ਥਾਂ ਇਹੋ ਜਿਹੇ ਉਪਰਾਲੇ ਕੀਤੇ ਜਾਣ ਦੀ ਲੋੜ ਹੈ। ਮੈਡਮ ਜੀ, ਪਹਿਲੀ ਗੱਲ ਤਾਂ ਤੁਹਾਨੂੰ ਮੁਬਾਰਕਬਾਦ ਹੈ ਅਤੇ ਬਹੁਤ ਖੂਬਸੂਰਤ ਸ਼ਬਦਾਂ ਦੇ ਵਿੱਚ ਤੁਸੀਂ ਜਿਹੜੇ ਆਪਣੇ ਦਿਲ ਦੀਆਂ ਭਾਵਨਾਵਾਂ ਬਿਆਨ ਕੀਤੀਆਂ ਹੈਗੀਆਂ। ਅਤੇ ਇਹਦੇ ਨਾਲ ਮੈਂ ਜ਼ਰੂਰ ਬੇਨਤੀ ਕਰੂੰਗਾ ਜਿਹੜੇ ਸਾਡੇ ਇਸ ਖੇਤਰ ਦੀਆਂ ਬੱਚੀਆਂ ਹੈਗੀਆਂ, ਲੜਕੀਆਂ ਹੈਗੀਆਂ ਆ, ਕਿਉਂਕਿ ਸਾਹਮਣੇ ਆ ਕੇ ਗੱਲ ਕਰਨੀ, ਤੁਸੀਂ ਬਹੁਤ ਵਧੀਆ ਸ਼ਬਦਾਂ ਦੇ ਵਿੱਚ ਪ੍ਰਭਾਵਿਤ ਕਰਨ ਵਾਲੇ ਬੋਲ ਹੈ ਤੁਹਾਡੇ। ਅਤੇ ਜਿਹੜੀਆਂ ਬੱਚੀਆਂ ਆ, ਸਾਡੀਆਂ ਲੜਕੀਆਂ ਆ, ਪੜ੍ਹ ਲਿਖ ਗਈਆਂ, ਬਹੁਤ ਸਾਡੇ ਸਮਾਜ ਦੀ ਬਹੁਤ ਚੰਗੀ ਗੱਲ ਹੈਗੀ। ਅਤੇ ਹੁਣ ਬੱਚੀਆਂ ਕਾਫੀ ਪੜ੍ਹ ਗਈਆਂ, ਪਰ ਜਿਹੜਾ ਰੋਲ ਉਹਨਾਂ ਦਾ ਸਮਾਜ ਵਿੱਚ ਹੋਣਾ ਚਾਹੀਦਾ ਹੈਗਾ ਉਹ ਹਜੇ ਤੱਕ ਨਜ਼ਰ ਨਹੀਂ ਆ ਰਿਹਾ ਹੈਗਾ। ਕੀ ਕਾਰਨ ਮੰਨਦੇ ਆ ਅਤੇ ਇਹਦੇ ਲਈ ਕੀ ਕਰਨ ਦੀ ਲੋੜ ਹੈਗੀ ਆ? ਵੂਮਨ ਇਜ਼ ਮੋਸਟ ਬਿਊਟੀਫੁਲ ਐਂਡ ਪਾਵਰਫੁਲ ਕ੍ਰੀਏਸ਼ਨ ਆਫ ਆਲਮਾਈਟੀ। ਵੂਮਨ ਸ਼ੋਜ਼ ਅ ਮੈਨ। ਗੁਰੂ ਨਾਨਕ ਸਾਹਿਬ ਨੇ ਵੀ ਕਿਹਾ, ਪ੍ਰੋਫੈਸਰ ਸਾਹਿਬ ਵੀ ਜਿਹੜੀ ਜ਼ਿਕਰ ਕਰ ਰਹੇ ਸੀ, ਭਵਿੱਖ ਦੀ ਜਨਨੀ ਨਾਲ ਵਿਤਕਰਾ ਕਿਉਂ, ਜਾਂ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਇਹ ਆਪਾਂ ਹਮੇਸ਼ਾ ਸੁਣਦੇ ਆਏ ਹਾਂ। ਔਰ ਉਹ ਦੇਖੋ, ਚਾਹੇ ਗੁਰੂ ਸਾਹਿਬਾਨ ਸੀ, ਹਮੇਸ਼ਾ ਉਹ ਮੇਲ ਫੀਮੇਲ ਬੋਥ ਆਰ ਇਕੁਅਲ, ਕਿਉਂਕਿ ਸਾਨੂੰ ਵੀ ਹਮੇਸ਼ਾ ਇਕੁਐਲਿਟੀ 'ਚ ਹੀ ਰੱਖਿਆ ਗਿਆ। ਉਹ ਹਰ ਨੈਚੁਰਲੀ ਤੁਸੀਂ ਦੇਖ ਸਕਦੇ, ਵਾਈ ਆਈ ਐਮ ਸਿਟਿੰਗ ਹੇਅਰ, ਪੇਰੈਂਟਸ ਵੱਲੋਂ ਹਰ ਉਹ ਇੰਡੀਪੈਂਡੈਂਸ ਵੇਅਰ ਯੂ ਨੋ ਵਾਟ ਆਰ ਯੂਰ ਲਿਮਿਟੇਸ਼ਨਸ। ਜਨਨੀ ਜਨੇ ਤਾਂ ਭਗਤ ਜਨ, ਜਾਂ ਦਾਤਾ ਜਾਂ ਸੂਰ, ਨਾਹੀਂ ਤੋਂ ਜਨਨੀ ਬਾਂਝ ਰਹੇ ਕਾਤ ਗਵਾਏ ਨੂਰ। ਸੋ ਵੂਮਨ ਇੱਕ ਲੜਕੀ ਜਿਹੜੀ ਹੈ ਹਰ ਰੋਲ ਨਿਭਾਉਂਦੀ ਹੈਗੀ ਆ। ਹਰੇਕ ਇਨਸਾਨ, ਹਰੇਕ ਮੇਲ ਮੈਂਬਰ ਜਿਹੜਾ ਹੈ, ਮਰਦ ਹੈ, ਉਹਦੇ ਲਾਈਫ ਦੇ ਵਿੱਚ ਸਭ ਤੋਂ ਪਹਿਲਾਂ ਮਾਂ ਉਹਦੀ ਗੁਰੂ ਹੁੰਦੀ ਆ। ਮਾਂ, ਇੱਕ ਭੈਣ ਔਰ ਇੱਕ ਬੀਵੀ ਦੇ ਤੌਰ 'ਤੇ, ਇੱਕ ਅੱਛੀ ਦੋਸਤ ਦੇ ਨਾਤੇ ਉਹ ਜਿਹੜਾ ਹੈਗਾ ਲਾਈਫ ਨੂੰ ਤਾਂ ਕਿ ਇੱਕ ਪੂਰੀ ਕੰਪੈਟੇਬਿਲਿਟੀ ਦੇ ਨਾਲ ਆਪਣਾ ਰੋਲ ਨਿਭਾਉਂਦੀ ਹੈ। ਜਿਹੜੀ ਤੁਸੀਂ ਇਹ ਗੱਲ ਕਰਦੇ ਆ ਕਿ ਉਹ ਇੱਕ ਸਾਇਲੈਂਟ ਵਰਕਰ ਵੀ ਹੈ, पोलाइट डिवोशन ਉਹਦੀ बहुत बड़ी खासियत है। सो कहते होंगे ना कि औरत के लिए कोई व्रत नहीं रखता फिर भी लंबी उम्र जी लेती है। औरत के लिए कोई व्रत नहीं रखता फिर भी लंबी उम्र जी लेती है। प्रेम करती है राधा की तरह, मीरा की तरह विष पी लेती है। सो ਉਹਦੇ ਨਾਲ ਉਹ ਜਿਹੜਾ ਇੱਕ ਰਿਸਪੈਕਟਫੁਲ ਜਿਹੜਾ ਇੱਕ ਬਿਹੇਵੀਅਰ ਹੋਣਾ ਚਾਹੀਦਾ ਹੈਗਾ ਉਹ ਹੁਣ ਜਿਸ ਤਰ੍ਹਾਂ ਮੇਰੇ ਕੋਲ ਯੰਗ ਮੁੰਡੇ ਕੁੜੀਆਂ ਹਮੇਸ਼ਾ ਆਉਂਦੇ ਹੈਗੇ ਆ। ਸੋ ਉਹਨਾਂ ਨੂੰ ਹਰ ਤਰ੍ਹਾਂ ਦੇ ਨਾਲ ਇਹ ਵੈਲਿਊਜ਼ ਵੀ ਸਿਲੇਬਸ ਦੇ ਨਾਲ ਨਾਲ ਇਹ ਵੈਲਿਊਜ਼, ਇਹ ਇੱਕ ਮੋਰਲ ਵੈਲਿਊਜ਼, ਉਹ ਜਿਹੜੇ ਸੰਸਕਾਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹ ਪਲਾਂਟ ਕਰਨਾ ਵੀ ਬਹੁਤ ਜ਼ਰੂਰੀ ਹੈ। ਕਿ ਟੀਚਰ ਦੀ ਬਹੁਤ ਅਹਿਮ ਇਹ ਡਿਊਟੀ ਹੁੰਦੀ ਹੈਗੀ ਆ। ਸੋ ਉਹਦੇ 'ਚ ਜਿਸ ਤਰ੍ਹਾਂ ਦੇ ਨਾਲ ਮੇਰੇ ਬੜੇ ਅੱਛਾ ਮਾइंड 'ਚ ਮੇਰੇ ਸੀ ਕਿ ਇੱਕ ਲੜਕੀ ਨੂੰ ਪਹਿਲਾਂ ਖੁਦ ਵੀ ਕਿ ਸ਼ੀ ਸ਼ੁੱਡ ਬੀ, ਉਹਨੂੰ ਵੀ ਇਹ ਰਿਅਲਾਈਜ਼ ਕਰਨ ਦੀ ਲੋੜ ਹੈ ਕਿ ਸ਼ੀ ਸ਼ੁੱਡ ਬੀ ਟਰੀਟਡ ਵਿਦ ਰਿਸਪੈਕਟ ਓਨਲੀ। ਸੋ ਉਹ ਜਿਹੜੀ ਉਹਦੀ ਹਿਊਮਿਲਿਟੀ ਆ, ਉਹ ਡੈਲੀਕੇਸੀ ਆ,
ਉਹਦੀ ਜਿਹੜੇ ਇਮੋਸ਼ਨਸ ਆ, ਇੱਕ ਉਹਦੀ ਹਿਰਦੇ ਦੀ ਕੋਮਲਤਾ ਹੈਗੀ ਆ, ਉਹ ਉਹਦੀ ਕੁਆਲਿਟੀਜ਼ ਆ, ਵੀਕਨੈਸ ਨਹੀਂ। ਉਹਦੀ ਅੱਛਾਈ ਨੂੰ ਕਦੀ ਤੁਸੀਂ ਕਮਜ਼ੋਰੀ ਨਾ ਬਿਲਕੁਲ ਵੀ ਸਮਝੋ। ਸੋ ਮੈਂ ਬਿਲਕੁਲ 2 ਲਾਈਨਾਂ 'ਚ ਇਹਨਾਂ ਨੂੰ ਵੀ ਵਾਈਂਡ ਅਪ ਇਹੀ ਕਰੂੰਗੀ, ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਮੇਲ ਐਂਡ ਫੀਮੇਲ ਬੋਥ ਹੈਵ ਟੂ ਕੰਪਲੀਟ ਈਚ ਅਦਰ, ਨਾਟ ਟੂ ਕੰਪੀਟ ਈਚ ਅਦਰ। ਜਿਹੜੀਆਂ ਲਾਈਨਾਂ ਮੈਂ ਕਹਿਣਾ ਚਾਹੁੰਦੀ ਹਾਂ ਇਹਦੇ ਲਈ ਬੜੀ ਗਹਿਰੀ ਗੱਲ ਆ। ਸੋ ਆਈ ਹੋਪ ਇਹ ਜ਼ਰੂਰ ਸਮਝਣਗੇ। ये भी क्या कम है कि दोनों का भरम कायम है, ये भी क्या कम है कि दोनों का भरम कायम है, उसने बख्शिश नहीं की, हमने गुजारिश नहीं की। ਸੋ ਬਹੁਤ ਹੀ ਖੂਬਸੂਰਤ ਜਿਹੜੇ ਸ਼ਬਦ ਆ ਮੈਡਮ ਜੀ ਹੁਣੀ ਸਾਨੂੰ ਦੱਸ ਰਿਹਾ। ਤੇ ਤੁਹਾਡੀ ਜਿਹੜੀ ਲੱਗਦਾ ਸਾਡੇ ਜਿਹੜੇ ਚੈਨਲ ਦੇ ਸਰੋਤੇ ਹੈਗੇ ਆ, ਤੁਹਾਡੀ ਜਿਹੜੀ ਸ਼ਬਦਾਵਲੀ ਆ ਜਾਂ ਤੁਹਾਡੀ ਕਹਿਣ ਦਾ ਢੰਗ ਆ, ਜ਼ਰੂਰ ਜਿਹੜੇ ਆ ਸਰੋਤੇ ਪਸੰਦ ਕਰਨਗੇ। ਮੇਰੇ ਸ਼ਬਦਾਂ ਦਾ ਮਤਲਬ ਇਹ ਨਹੀਂ ਸੀਗਾ ਵੀ ਆਪਾਂ ਇੱਥੇ ਕਿੰਤੂ ਪਰੰਤੂ ਕਰੀਏ, ਮਤਲਬ ਇਹ ਸੀਗਾ ਵੀ ਜਿਹੜੀ ਜਿੰਨੀ ਮਿਕਦਾਰ ਦੇ ਵਿੱਚ ਲਾਡੀ ਅੱਜ ਸਾਡੀਆਂ ਬੱਚੀਆਂ ਪੜ੍ਹ ਗਈਆਂ ਆ। ਨਹੀਂ ਮੈਂ ਸਮਝ, ਆਈ ਟਰੂਲੀ ਫੋਲੋ ਯੂ, ਮੈਂ ਸਮਝ ਗਈ ਕਿ ਉਹਨਾਂ ਨੂੰ ਵੀ ਅੱਗੇ ਆ ਕੇ ਉਹ ਕਰਨਾ ਚਾਹੀਦਾ ਕਿਤੇ ਨਾ ਕਿਤੇ। ਈਵਨ ਮੈਂ ਵੀ ਕਈ ਵਾਰੀ ਇਹ ਹੁੰਦਾ ਕਿ ਪਿੱਛੇ ਰਹਿ ਕੇ ਜਿੰਨਾ ਕੰਮ ਕਰ ਸਕਦੇ ਹਾਂ, ਇਹ ਨਹੀਂ ਕਿ ਹਰ ਪਲੇਟਫਾਰਮ ਤੇ ਆਪਾਂ ਇੱਕ ਪਾਸੇ ਇਲਜ਼ਾਮ ਮਰਦ ਤੇ ਲਾਇਦਾ, ਮਰਦ ਪ੍ਰਧਾਨ ਸਮਾਜ ਹੈਗਾ, ਪਰ ਜੇ ਤੁਹਾਡੇ ਕੋਲ ਕੋਈ ਅਹੁਦਾ ਵੀ ਹੈਗਾ ਆ, ਤੁਹਾਡੀ ਰਿਸਪੌਂਸਿਬਿਲਿਟੀ ਡਿਊਟੀ ਤੁਹਾਡੀ ਆ, ਉਹਦੇ ਅਹੁਦੇ ਦੇ ਹੱਕਦਾਰ ਤੁਸੀਂ ਆ, ਪਰ ਉਹ ਜਿਹੜੀ ਡਿਊਟੀ ਆ ਉਹ ਲੇਡੀ ਨੂੰ ਪਿੱਛੇ ਕਰਕੇ ਉਹਦਾ ਹਸਬੈਂਡ, ਉਹਦਾ ਬ੍ਰਦਰ ਜਾਂ ਉਹਦਾ ਜਦੋਂ ਫਾਦਰ ਉਹ ਡਿਊਟੀ ਪੇ ਕਰਦਾ, ਤਾਂ ਫਿਰ ਆਪਾਂ ਮਰਦ ਪ੍ਰਧਾਨ ਉਹ ਦੋਸ਼। ਹਾਂਜੀ, ਉਹ ਜਿੱਥੇ ਉਹ ਸੋਚ ਦੀ ਗੱਲ ਹੈ ਨਾ, ਜਿੱਥੇ ਉਹ ਸਮਝਣ, ਤਾਂ ਉਹ ਤੇ ਹੁਣ ਜਿੱਦਾਂ ਸਾਨੂੰ ਉਹ ਪ੍ਰੋਪਰ ਔਰ ਬਰਾਬਰੀ ਦਿੱਤੀ ਗਈ, ਹਮੇਸ਼ਾ ਹਰ ਮੌਕਾ ਦਿੱਤਾ ਗਿਆ, ਕਦੀ ਨਹੀਂ। ਈਵਨ ਮੈਂ ਇਕੱਲੇ ਬਾਹਰ ਵੀ ਕਿਤੇ ਵੀ, ਈਵਨ ਹੌਲੀਡੇ ਲਈ ਜਾਂ ਤੁਸੀਂ ਕਿਤੇ ਵੀ ਆਪਣਾ ਜਾ ਸਕਦੇ ਹੈਗੇ ਆ, ਉਹਨਾਂ ਨੂੰ ਪਤਾ ਸਾਡੇ ਬੱਚੇ ਰਿਸਪੌਂਸੀਬਲ ਆ, ਇਹ ਆਪਣੇ ਆ, ਇਹ ਓਬਲੀਗੇਸ਼ਨਸ ਹਰ ਤਰ੍ਹਾਂ ਦੇ ਨਾਲ ਜਾਣਦੇ ਹੈਗੇ ਆ। ਸੋ ਇਹਦੇ ਲਈ ਉਹੀ ਥੋੜ੍ਹਾ ਜਿਹਾ ਜੈਂਟਸ ਨੂੰ ਵੀ ਆਪਣੀ ਸੋਚ ਹੋਰ ਉੱਚੀ ਕਰਨ ਦੀ ਲੋੜ ਹੈਗੀ ਆ, ਜਿੱਥੇ ਉਹ ਆਪਣੀ ਗ੍ਰੇਸ, ਰਿਸਪੈਕਟ ਨੂੰ ਬਰਕਰਾਰ ਕਰਦੇ ਹੋਏ ਇੱਕ ਫਰੂਟਫੁਲ ਪ੍ਰੋਗਰੈਸਿਵ ਰੋਲ ਵੀ ਨਿਭਾਏ। ਸੋ ਬੇਟੀਆਂ ਨੂੰ ਔਰ ਗਰਲਸ ਨੂੰ ਮੇਰਾ ਇਹੀ ਮੈਸੇਜ ਹੁੰਦਾ कि चरित्र जब पवित्र है, चरित्र जब पवित्र है तो क्यों है ये दशा तेरी, ये पापियों को हक नहीं कि ले परीक्षा तेरी, तू खुद की खोज में निकल, तू किस लिए हताश है, तू चल तेरे वजूद की समय को भी तलाश है। ਸੋ ਜ਼ਰੂਰ ਆਸ ਕਰਾਂਗੇ ਕਿ ਜਿਵੇਂ ਮੈਡਮ ਜੀ ਨੇ ਅੱਜ ਸਾਡੇ ਨਾਲ ਬੈਠ ਕੇ ਕੈਮਰੇ ਤੇ ਗੱਲਬਾਤ ਕਰ ਰਿਹਾ, ਸਾਡੇ ਸਮਾਜ ਦੀਆਂ ਧੀਆਂ, ਸਾਡੀਆਂ ਬੱਚੀਆਂ, ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਜ਼ਰੂਰ ਸਮਾਜ ਦੇ ਵਿੱਚ ਜਿੱਥੇ ਵੀ ਉਹ ਅਹੁਦੇ 'ਤੇ ਕਿਸੇ 'ਤੇ ਵੀ ਵਿਰਾਜਮਾਨ ਹੈ, ਉਹਦੀ ਸ਼ਕਤੀ ਕਿਸੇ ਨੂੰ ਨਾ ਦੇਣ, ਚਾਹੇ ਕੋਈ ਵੀ ਹੈ। ਜਿਹੜਾ ਤੁਹਾਡੇ ਅਖਤਿਆਰ ਦੇ ਵਿੱਚ ਤੁਹਾਡਾ ਅਹੁਦਾ ਹੈ, ਉਹਦੀ ਵਰਤੋਂ ਖੁਦ ਕਰੋ, ਸਮਾਜ ਦੇ ਵਿੱਚ ਸਾਹਮਣੇ ਆਓ। ਸਮਾਜ ਦੇ ਵਿੱਚ ਬਰਾਬਰਤਾ ਦਾ ਇਕੱਲਾ ਮੰਗ ਕਰਨ ਦੇ ਨਾਲ ਬਰਾਬਰਤਾ ਨਹੀਂ ਮਿਲਦੀ, ਜਿੱਥੇ ਬਰਾਬਰਤਾ ਤੁਸੀਂ ਹਾਸਲ ਕਰਨੀ ਹੈ ਤਾਂ ਆਪਣੇ ਆਪ ਜਿਹੜੀ ਸ਼ਕਤੀ ਉਹਦੀ ਵਰਤੋਂ ਕਰੋਗੇ, ਤਾਂ ਹੀ ਸਾਡੇ ਸਮਾਜ ਦੇ ਵਿੱਚ ਬਰਾਬਰਤਾ ਦਾ ਜਿਹੜਾ ਉਹ ਜਿਹੜਾ ਕਹਿ ਸਕਦੇ ਮਾਹੌਲ ਜਿਹੜਾ ਉਹ ਬਣਾਇਆ ਜਾ ਸਕਦਾ। ਇਮੋਸ਼ਨਲ ਦੇ ਨਾਲ ਨਾਲ ਰੈਸ਼ਨਲ ਹੋਣਾ ਵੀ ਬਹੁਤ ਜ਼ਰੂਰੀ ਹੈਗਾ, ਕਿਉਂਕਿ ਇੱਕ ਲੜਕੀ ਵੀ ਬਹੁਤ ਬਿਊਟੀਫੁਲੀ ਰੋਲ ਆਪਣਾ ਹਰ ਫੀਲਡ, ਕਿਹੜਾ ਫੀਲਡ ਹੈ ਜਿੱਥੇ ਲੜਕੀ ਨਹੀਂ, ਮੈਂ ਹੁਣ ਇਹਦੀ ਡਿਟੇਲ 'ਚ ਜਾਣ ਦੀ ਲੋੜ ਨਹੀਂ, ਆਪਾਂ ਸਾਰੇ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ। ਸੋ ਇਹ ਜ਼ਰੂਰ ਕਈ ਵਾਰੀ ਹਾਲਾਤ, ਜਾਂ ਜਦੋਂ ਮੇਰੇ ਨਾਲ ਹੀ ਇੱਕ ਬਹੁਤ ਅੱਛਾ ਬੋਲੇ ਸੀ, ਉਹਨਾਂ ਨੇ ਬੜਾ ਅੱਛਾ ਕਿਹਾ ਕਿ ਲੜਕਿਆਂ ਨੂੰ ਇਹ ਸੋਚ, ਕਿਉਂਕਿ ਉਹਨਾਂ ਨੂੰ ਉਹ ਇਮੋਸ਼ਨਲ ਜਿਹੜਾ ਉਹਨਾਂ ਦੀ ਐਨਰਜੀ ਚੈਨਲਾਈਜ਼ ਕਰਨ ਦੀ ਬਹੁਤ ਲੋੜ ਹੈ। ਅਸੀਂ ਬॉयज़ ਨੂੰ, ਮੇਰੇ ਕੋਲ ਵੀ ਜ਼ਿਆਦਾ ਬॉयज़ ਔਰ ਗਰਲਸ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਹੈਗੀ ਆ। ਸੋ ਜਿਸ ਤਰ੍ਹਾਂ ਮੈਂ ਹੁਣ ਬੇਟੀਆਂ ਲਈ ਇਹ ਗੱਲ ਕਹੀ ਕਿ ਅਗਰ ਹਾਲਾਤ ਵੀ ਹੈ, माना कि अंधेरा घना है लेकिन दिया जलाना कहाँ मना है। सो एक वॉच वर्ड सी, मैनू याद है जब छोटे सी तो डैडी हमेशा वो वर्ड्स दिंदे हुंदे सी, जिथे असी पढ़ते भी सी साडे स्टडी रूम दे विच, और वो लिखिया हुंदा सी वर्ड, वो बड़ा उन्हां नूं शौक हैगा और हजे तक भी गाइड करते और हमेशा करते रहणगे। और भगत सिंह, बाबा बचन सिंह जी नाल मैं फिर रिलेट करूँगी, क्योंकि वो बाबा जी का जो असर उन्हां नूं पढ़ के जान के जो मेरे ते होया, और वो निडर सोच उन्होंने, देखो ना उन्हां दी किन्नी उच्ची सोच होऊगी, वो भी बेटियां नूं, औरतां नूं किन्ना उच्चा दर्जा दिंदे होणगे। सो वॉच वर्ड सी, वॉच योर वर्ड्स, WATCH, वॉच योर वर्ड्स, वॉच योर एक्शनस, वॉच योर थॉट्स, कैरेक्टर एंड हार्ट, उन्होंने जिहड़ा कहा। सो उत्थे इन्हां दी सोच हैगी है, जिन्हां नूं मैं अगर ग्लोरीफाई या थोड़ा जिहा ब्यूटीफाई करके जिहड़ा मैसेज कन्वे करना चाहुंदे आ कि भई इस गल का मतलब, इस मैसेज एज अ नोबल ड्यूटी यही है कि जिन्ना जदों आपां इहनूं असल दे विच अपनी लाइफ दे विच इस चीज़ नूं अपना एक जिहड़ा हैगा उस नूं अपलाई करांगे, इंप्लीमेंट करांगे, जो प्रोफैसर साहब की भी सोच सी।
ਸੋ ਉਹ ਸੀ ਬੀ ਵੈਰੀ ਕੇਅਰਫੁਲ ਅਬਾਊਟ ਯੋਰ ਆਈਡੀਆਜ਼। ਇਹ ਮੈਂ ਬॉयज़ ਨੂੰ ਵੀ ਆਪਣੇ ਬੇਟਿਆਂ ਨੂੰ ਵੀ ਇਹੀ ਕਹੂੰਗੀ, ਠੀਕ ਹੈ ਨਾ। ਮੇਰੇ ਦੇ ਲਈ ਤਾਂ ਸਟੂਡੈਂਟ ਆ, ਸਾਡੇ ਲਈ ਇਟਸ ਨਾਟ ਬॉय ਐਂਡ ਗਰਲ, ਪਰ ਠੀਕ ਹੈ ਆਪਣੀ ਕੁਆਲਿਟੀਜ਼ ਦੇ ਨਾਲ ਉਹ ਜਿਹੜਾ ਇੱਕ ਰੋਲ ਨਿਭਾਉਣਾ ਹੁੰਦਾ ਹੈਗਾ, ਤਾਂ ਕਿ ਕਿਉਂਕਿ ਉਹਨਾਂ ਨੇ ਆਉਣ ਵਾਲੀ ਸੁਸਾਇਟੀ ਦੇ ਨੂੰ ਸੇਧ ਦੇਣੀ ਹੈਗੀ ਹੈ। ਇੱਕ ਰਿਸਪੌਂਸੀਬਲ ਸੁਸਾਇਟੀ ਤਾਂ ਹੀ ਬਣ ਸਕਦੀ ਹੈ ਜੇ ਬੈਲੈਂਸ ਬਣਾ ਕੇ ਔਰ ਇੱਕ ਪ੍ਰੋਗਰੈਸਿਵ ਆਊਟਲੁੱਕ, ਇੱਕ ਵਿਜ਼ਨ ਦੇ ਨਾਲ। ਸੋ ਬੀ ਵੈਰੀ ਕੇਅਰਫੁਲ ਅਬਾਊਟ ਦੈਟ ਆਈਡੀਆ ਜਿਹੜਾ ਇੱਕ ਬ੍ਰੇਨ 'ਚ ਪਹਿਲਾਂ ਤੁਹਾਡੇ ਹੁੰਦਾ, ਔਰ ਉਹ ਇੱਕ ਟੀਚਰ ਉਹ ਆਈਡੀਆ ਪਹਿਲਾਂ ਪੇਰੈਂਟਸ ਫਿਰ ਟੀਚਰ ਉਹ ਆਈਡੀਆ ਪਾ ਸਕਦੇ ਆ। ਦੈਟ ਆਈਡੀਆ ਬਿਕਮਸ ਯੋਰ ਥਾਟਸ ਬਿਕਮਸ ਯੋਰ ਵਰਡਸ ਬਿਕਮਸ ਯੋਰ ਐਕਸ਼ਨਸ ਬਿਕਮ ਯੋਰ ਹੈਬਿਟਸ। ਇਹ ਗੱਲ ਆਈਡੀਆ ਤੋਂ ਕਿੱਦਾਂ ਸਟਾਰਟ ਹੁੰਦੀ ਹੈ? ਇੱਕ ਆਈਡੀਆ ਤੋਂ। ਆਈਡੀਆ ਬਿਕਮਸ ਯੋਰ ਥਾਟਸ ਬਿਕਮ ਯੋਰ words become your actions become your habits, and habits become your character. Ultimately character becomes your destiny. So you are the creator of your own destiny. So ਪਰਮਾਤਮਾ ਨੇ ਉਹ ਇੰਨੀਆਂ ਕੁਆਲਿਟੀਜ਼ ਇਹਨਾਂ ਲੋਕਾਂ ਦੇ ਹਮੇਸ਼ਾ ਕਿਉਂ ਐਸੀ ਸੋਚ, ਇਹਨਾਂ ਦੀ ਕੀ ਐਸੀ ਸੋਚ ਸੀ ਜੋ ਉਹ ਪ੍ਰੋਫੈਸਰ ਸਾਹਿਬ ਮੈਂ ਬਾਰ-ਬਾਰ ਕਿਉਂ ਉਹਨਾਂ ਦਾ ਜ਼ਿਕਰ ਕਰ ਰਹੀ ਹਾਂ, ਔਰ ਉਹਨਾਂ ਨੇ ਵੀ ਜਿਹੜੀ ਇਹ ਚੀਜ਼ ਜੋ ਸਾਡੀ ਇੱਕ ਜਿਹੜੀ ਸੈਪਰੇਟ ਵੀ ਥੋੜ੍ਹੀ ਜਿਹੀ ਉਹ ਬਹੁਤ ਖੁਸ਼ ਹੋਏ ਸੁਣ ਕੇ, ਕਿਉਂਕਿ ਇਹ ਯਕੀਨ ਵੀ ਹੋ ਜਾਂਦਾ ਕਿ ਮੈਂ ਸਪੀਚ ਕਦੀ ਨਹੀਂ ਦਿੱਤੀ। ਇਟਸ ਨਾਟ ਅਬਾਊਟ ਸਪੀਚ, ਕੋਈ ਲੈਕਚਰ ਨਹੀਂ, ਕੋਈ ਸਪੀਚ ਨਹੀਂ। ਉਹ ਚੀਜ਼ ਨੂੰ ਦਿਲ ਨਾਲ, ਰੂਹ ਨਾਲ, ਹਾਰਟ ਟੂ ਹਾਰਟ ਜਿਹੜਾ ਕੌਂਟੈਕਟ ਆ, ਉਹ ਚੀਜ਼, ਉਹ ਲੈਗਸੀ ਨੂੰ ਜੋ ਤੁਹਾਡੇ ਕੋਲ ਹੈ ਉਹ ਅੱਗੇ ਤੱਕ ਜਿਹੜਾ ਪਹੁੰਚਾਉਣਾ। ਥੋੜ੍ਹਾ ਡਿਸਿਪਲਿਨ ਆਫ ਮਾਈਂਡ ਦੀ ਗੱਲ ਕਰ ਰਹੇ ਸੀ। ਸੋ ਜਿੱਥੇ ਬਾਬਾ ਬਚਨ ਸਿੰਘ ਜੀ ਦੀ ਨਾਲ ਉਹ ਬੜੇ ਧਾਰਮਿਕ ਵੀ ਸੀਗੇ। ਸੋ ਇੱਕ ਐਲਫਰੈਡ ਐਡਲਰ ਦੀ ਮੈਨੂੰ ਬੁੱਕ ਮੇਰੇ ਫਾਦਰ ਨੇ ਦਿੱਤੀ ਸੀ, ਉਹਦਾ ਕਰਕਸ ਮੈਨੂੰ ਅੱਜ ਤੱਕ ਹਮੇਸ਼ਾ ਹੀ, ਜਦੋਂ ਮੈਂ ਬਹੁਤ ਸਾਲ ਪਹਿਲਾਂ ਵੀ ਪੜ੍ਹੀ ਸੀ, ਔਰ ਹਮੇਸ਼ਾ ਯਾਦ ਰਹਿਣਾ, ਕਿਉਂਕਿ ਵੀ ਐਕਸ਼ਨਸ ਕਹਿੰਦੇ ਆ ਨਾ ਕਿ ਐਕਸ਼ਨਸ ਸ਼ੁੱਡ ਬੀ ਲਾਊਡਰ ਦੈਨ ਵਰਡਸ। ਓ ਗॉड ਗਿਵ ਮੀ ਦੀ ਸਰੈਨਿਟੀ ਟੂ ਐਕਸੈਪਟ ਦ ਥਿੰਗਸ ਆਈ ਕਾਂਟ ਚੇਂਜ, ਦ ਕਰੇਜ ਟੂ ਚੇਂਜ ਦ ਥਿੰਗਸ ਆਈ ਕੈਨ, ਐਂਡ ਦ ਡਿਫਰੈਂਸ ਬਿਟਵੀਨ ਬੋਥ। ਸੋ ਔਰ ਜਿਨ੍ਹਾਂ ਲਾਈਨਾਂ ਦੇ ਨਾਲ ਮੈਂ ਬਾਬਾ ਬਚਨ ਸਿੰਘ ਜੀ ਨੂੰ, ਭਗਤ ਸਿੰਘ ਜੀ ਵਰਗੀ ਸੋਚ, ਪ੍ਰੋਫੈਸਰ ਸਾਹਿਬ ਜਿਨ੍ਹਾਂ ਦਾ ਸਾਡੀ ਬੜੀ ਖੁਸ਼ਕਿਸਮਤੀ ਕਿ ਰੂਬਰੂ ਹੋਣ ਦਾ ਜਿਹੜਾ ਇੱਕ ਲੌਂਗ ਚੈਰਿਸ਼ਡ ਡਰੀਮ ਸੀ, ਉਹ ਉਹਨਾਂ ਨਾਲ ਮਿਲਣ ਦਾ। ਔਰ ਇਸ ਤਰ੍ਹਾਂ ਲੱਗਾ ਕਿ ਬਹੁਤ ਸਾਲਾਂ ਬਾਅਦ ਕੋਈ ਆਪਣੇ ਹਾਣ ਦੇ ਹੀ ਕੋਈ ਮਿਲੇ ਹੈ ਜਿਨ੍ਹਾਂ ਨੂੰ ਆਈਡਲਾਈਜ਼ ਕਰਦੇ ਸੀ। ਉੱਥੇ ਕੋਈ ਏਜ ਬੈਰੀਅਰ ਨਹੀਂ, ਕੋਈ ਮੇਲ ਫੀਮੇਲ ਦੀ ਗੱਲ ਨਹੀਂ। ਉਹ ਸੋਚ ਭਗਤ ਸਿੰਘ ਜੀ ਦੀ ਜਿਹੜੀ ਉਹ ਅੱਗੇ ਲੈ ਕੇ ਚੱਲ ਰਹੇ ਹੈਗੇ ਆ। ਸੋ ਅੰਧੇ ख्वाबों को असूलों का तराजू दे दे, अंधे ख्वाबों को असूलों का तराजू दे दे, मेरे मालिक मुझे जज्बात पे काबू दे दे, मैं समंदर भी किसी गैर के हाथों से न लूँ, एक कतरा भी समंदर है अगर तू दे दे। जय हिंद। ਸੋ ਬਹੁਤ ਖੂਬਸੂਰਤ ਸ਼ਬਦਾਂ ਦੇ ਵਿੱਚ ਮੈਡਮ ਰੋਸ਼ਨੀ ਅਮਰ ਜੀ ਨੇ ਅੱਜ ਸਾਡੇ ਨਾਲ ਜਿਹੜੀ ਆ ਸ਼ਬਦਾਂ ਦੀ ਸਾਂਝ ਪਾਈ ਆ। ਬਹੁਤ ਹੀ ਬੱਚਿਆਂ ਨੂੰ ਇਨਕਰੇਜ ਵੀ ਕੀਤਾ, ਜਿੱਥੇ ਲੜਕੀਆਂ ਨੂੰ ਆਪਾਂ ਕਹਿੰਦੇ ਬਰਾਬਰਤਾ ਵਾਸਤੇ ਆਪ ਉਦਮ ਉਪਰਾਲੇ ਕਰਨ ਦੀ ਲੋੜ, ਉੱਥੇ ਨਾਲ ਜਿਹੜੀ ਸਾਡੀਆਂ ਕਿਤਾਬਾਂ ਹੈਗੀਆਂ ਅਤੇ ਉਹਦੇ ਨਾਲ ਜੋੜਨ ਦੀ ਲੋੜ ਹੈਗੀ ਆ। ਮੈਡਮ ਜੀ ਦੋ ਸ਼ਬਦ ਮੈਂ ਤੁਹਾਡੇ ਕੋਲ ਹੋਰ ਜ਼ਰੂਰ ਲਵਾਂਗਾ। ਕਿਤਾਬਾਂ ਲਾਇਬ੍ਰੇਰੀ ਦੀ ਸਹੀ ਵਰਤੋਂ ਬੱਚੇ ਕਿਵੇਂ, ਕਿਉਂਕਿ ਆਪਾਂ ਕਹਿ ਦਿੰਦੇ ਹਾਂ ਕਿ ਪੇਰੈਂਟਸ ਵਾਸਤੇ ਵੀ ਆਪਾਂ ਨੂੰ ਜ਼ਰੂਰ ਕਹਿਣਾ ਪਊਗਾ ਵੀ ਪੇਰੈਂਟਸ ਕਈ ਵਾਰ ਮਨਾ ਕਰ ਦਿੰਦੇ ਤੁਸੀਂ ਨਹੀਂ ਜਾਣਾ, ਅਤੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਜਾਂ ਲਾਇਬ੍ਰੇਰੀ ਨੂੰ ਜੋੜਨ ਵਾਸਤੇ ਪੇਰੈਂਟਸ ਦਾ ਰੋਲ ਅਤੇ ਕਿਤਾਬਾਂ ਪੜ੍ਹਨੀਆਂ ਕਿਵੇਂ, ਉਹਨੂੰ ਮੈਨੇਜ ਕਿਵੇਂ ਕਰਨਾ ਹੈ, ਟਾਈਮਿੰਗ ਕਿਵੇਂ ਸੈੱਟ ਕਰਨੀ, ਜ਼ਰੂਰ ਦੋ ਸ਼ਬਦ ਤੁਹਾਡੇ ਕੋਲ ਲਵਾਂਗੇ। ਬਿਲਕੁਲ, ਇਹਦੇ ਲਈ ਇੱਕ ਹੈਲਦੀ ਸੋਚ, ਹੈਲਦੀ ਐਟਮੋਸਫੀਅਰ ਔਰ ਉਹ ਪ੍ਰੋਗਰੈਸਿਵ ਜਿਹੜੀ ਹਾਈਲੀ ਡਿਵੈਲਪਡ ਸੋਚ ਹੋਣਾ ਬਹੁਤ ਜ਼ਰੂਰੀ ਹੈ। ਕਲਾਸਿਸ 'ਚ ਅਸੀਂ ਕਰਦੇ ਹਾਂ ਜਦੋਂ ਵੀ, ਵੈਸੇ ਤਾਂ ਕੋਈ ਫ੍ਰੀ ਪੀਰੀਅਡ ਹੁੰਦਾ ਨਹੀਂ, ਐਡਜਸਟਮੈਂਟ ਹੁੰਦੀ ਹੈ ਸਾਡੇ ਸਿਸਟਮ ਦੇ ਅਕੋਰਡਿੰਗਲੀ ਕਿ ਬੱਚਿਆਂ ਨੂੰ ਹਰ ਵੇਲੇ ਬਿਜ਼ੀ ਰੱਖਣਾ, ਉਹ ਪ੍ਰੋਡਕਟਿਵ ਆਊਟਕਮ ਉਹਨਾਂ ਤੋਂ ਉਹ ਕਿੱਦਾਂ ਗ੍ਰੈਬ ਕਰਨੀ ਹੈਗੀ ਆ। ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਵੀ ਉਸ ਦਿਨ ਕਿਹਾ ਸੀ ਨਾ ਕਿ ਆਪਾਂ ਆਪਣੀਆਂ ਕਹਾਣੀਆਂ ਘੱਟ ਸੁਣਾਈਏ, ਹੁਣ ਉਹਨਾਂ ਦੇ ਜਿਹੜੇ ਆ ਸਵਾਲ ਲਈਏ। ਸੋ ਮਾਈ ਫਾਦਰ ਆਲਵੇਜ਼ ਸੇ ਕਿ ਆ ਪਰਸਨ ਇਜ਼ ਨੋਨ ਬਾਈ ਇਟਸ ਕੁਐਸਚਨ, ਕਿ ਇਨਸਾਨ ਸਵਾਲ ਕੀ ਪੁੱਛਦਾ, ਇੱਕ ਬੱਚਾ ਸਵਾਲ ਕੀ ਪੁੱਛਦਾ, ਉਹਦੇ ਤੋਂ ਜਾਣਿਆ ਜਾਂਦਾ। ਸੋ ਉਹਦੇ ਲਈ ਉਹਨਾਂ ਨੂੰ ਉਹ ਟਾਈਮ ਕੱਢ ਕੇ, ਜਿਸ ਤਰ੍ਹਾਂ ਹੁਣ ਟਾਈਮ ਵੀ ਥੋੜ੍ਹੇ ਵਰਕਿੰਗ ਆਵਰਸ ਅਰਲੀ ਕੀਤੇ ਹੈਗੇ ਮੌਸਮ ਨੂੰ, ਹਾਲਾਤ ਨੂੰ ਦੇਖਦਿਆਂ ਹੋਇਆਂ। ਸੋ ਇਹ ਮੌਸਮ ਹਾਲਾਤ ਤਾਂ ਹਮੇਸ਼ਾ ਹੀ
ਇਦਾਂ ਦੇ ਹੀ ਰਹਿਣੇ ਹੈਗੇ ਆ, ਪਰ ਉਹਦੇ ਅਕੋਰਡਿੰਗਲੀ ਆਪਣੇ ਆਪ ਨੂੰ ਕਿੱਦਾਂ ਢਾਲਣਾ ਹੈਗਾ। ਸੋ ਉਹ ਟਾਈਮ ਕੱਢ ਕੇ ਸ਼ਾਮ ਨੂੰ ਖਾਸ ਕਰਕੇ ਵਿੱਚੋਂ ਘੰਟਾ 2 ਘੰਟਾ ਜ਼ਰੂਰ ਉਹਨਾਂ ਦੇ ਮਦਰ ਜਾਂ ਫਾਦਰ ਨਾਲ ਆ ਸਕਦੇ ਆ, ਬ੍ਰਦਰ ਸਿਸਟਰਸ ਫੈਮਿਲੀ ਆ ਜਾਂ ਫਰੈਂਡਸ ਆ, ਉਹ ਇਕੱਠੇ ਟਾਈਮ ਜਿੱਦਾਂ ਆਪਾਂ ਹੋਰ ਕਿਤੇ ਘੁੰਮਣ ਜਾਂਦੇ ਆ, ਕਿਤੇ ਆਊਟਿੰਗ ਲਈ ਜਾਂਦੇ ਆ, ਤਾਂ ਇਹ ਟਾਈਮ ਕੱਢਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਇਹਦਾ ਜਿਹੜਾ ਇੱਕ ਫਰੂਟਫੁਲ ਆਊਟਕਮ ਹੋਊਗੀ, ਉਹਦੇ ਨਾਲ ਸੁਸਾਇਟੀ ਸਾਡੀ ਜਿਹੜੀ ਹੈਗੀ ਆ ਉਹਦੀ ਨੁਹਾਰ ਹੀ ਡਿਫਰੈਂਟ ਆਊਗੀ। ਉਹ ਗੁਰੂ ਲਈ ਕਹਿੰਦੇ ਆ ਨਾ ਵੀ ਗੁਰੂ ਜਿਹੜਾ ਕੁਛ ਵੀ ਤੁਹਾਨੂੰ ਸਿਖਾਉਂਦਾ ਹੈਗਾ, ਸੋ ਜੋ ਬਾਤ ਦੁਆ ਸੇ ਨਹੀਂ ਹੋਤੀ वो बात दवा से होती है, मिल जाए अगर कामिल मुर्शिद तब बात खुदा से होती है। सो किताबां ਤਾਂ ਐਸਾ ਅਸਰ ਕਰਦੀਆਂ ਹੈਗੀਆਂ, ਪੇਰੈਂਟਸ ਨੂੰ ਵੀ ਬਹੁਤ ਸਮਝਣ ਦੀ ਲੋੜ ਆ, ਕਿਉਂਕਿ ਸਕੂਲ ਟੀਚਰ ਤਾਂ ਹਰ ਹਾਲਤ ਵਿੱਚ ਆਪਣੀ ਪੂਰੀ ਵਾਹ ਲਾਉਂਦੇ ਹੈਗੇ ਆ। ਮੈਂ ਆਪਣੇ ਕੁਲੀਗਸ ਨੂੰ ਜਾਣਦੀ ਹਾਂ, ਅਤੇ ਤੁਸੀਂ ਇਹ ਤਾਂ ਜਾਣਦੇ ਹੋਗੇ ਕਿ ਆਪਣੇ ਆਪ ਵੀ ਉਹ ਸਟੂਡੈਂਟਸ ਜਿਹੜੇ ਹੈਗੇ ਆ, ਸਾਡਾ ਸਭ ਤੋਂ ਉਹ ਬਹੁਤ ਵੀ ਹਾਈਲੀ ਫੀਲ ਸੋ ਪ੍ਰਾਊਡ, ਉਹ ਜਿੱਥੇ ਵੀ ਹੈਗੇ ਅੱਜ ਵੀ ਯਾਦ ਕਰਦੇ ਆ ਉਹਨਾਂ ਨੂੰ, ਅੱਜ ਵੀ ਉਹ ਕਈਆਂ ਗੱਲਾਂ ਯਾਦ ਆ। ਅਗਰ ਮੈਂ ਕੋਈ ਵੀ ਵਰਡ ਕਲਾਸ ਦੇ ਵਿੱਚ ਬੋਲਿਆ ਇੰਨੇ ਸਾਲਾਂ ਬਾਅਦ ਵੀ ਹਜੇ ਵੀ ਲੱਗਦਾ ਜਿੱਦਾਂ ਕੱਲ੍ਹ ਦੀ ਗੱਲ ਹੋਏ। ਸੋ ਇਹ ਜੇ ਆਪਾਂ ਸਾਰੇ ਇੱਕ ਬੈਲੈਂਸ ਪ੍ਰੋਗਰੈਸਿਵ ਆਊਟਲੁੱਕ ਲੈ ਕੇ ਚੱਲੀਏ, ਉਹ ਟਾਈਮ ਆਪਣੇ ਸਕੂਲ ਦੀ ਛੁੱਟੀ ਤੋਂ ਬਾਅਦ ਆਪਣਾ ਇੱਕ ਮੈਨੇਜ ਕਰਕੇ ਟਾਈਮ ਮੈਨੇਜਮੈਂਟ ਕਰਨਾ ਬਹੁਤ ਜ਼ਰੂਰੀ ਆ। ਉਹਦੇ 'ਚ ਸਿਰਫ ਘੰਟਾ 2 ਘੰਟਾ ਜੇ ਫੈਮਿਲੀ ਮੈਂਬਰਸ ਵੀ ਨਾਲ ਆਉਣ ਤਾਂ ਬਹੁਤ ਅੱਛਾ ਹੋਏਗਾ। ਸੋ ਆਪਣੀ ਲਾਈਫ ਨੂੰ ਇੱਕ ਬਹੁਤ ਵੱਖਰੀ ਦਿਸ਼ਾ ਦੇ ਸਕਦੇ ਹੈਗੇ ਔਰ ਆਪਣੇ ਲਈ ਇੱਕ ਖਾਸ ਮੁਕਾਮ ਹਾਸਲ ਕਰ ਸਕਦੇ ਹੈਗੇ। ਸੋ ਬਿਲਕੁਲ ਜਿਹੜੀਆਂ ਕਿਤਾਬਾਂ ਆ ਜਾਂ ਲਾਇਬ੍ਰੇਰੀਆਂ ਸਿਰਫ ਬਣਾਉਣ ਦੇ ਨਾਲ ਜਾਂ ਇਮਾਰਤਾਂ ਖੜੀਆਂ ਕਰਨ ਦੇ ਨਾਲ ਉਹਨਾਂ ਦਾ ਫਾਇਦਾ ਨਹੀਂ, ਉਹਨਾਂ ਸਮਾਜ ਦੇ ਵਿੱਚ ਦੇਖ ਕੇ ਚੇਂਜ ਲੈ ਕੇ ਆਉਣੀ ਆ। ਬੱਚਿਆਂ ਦੀ ਜਿਹੜੀ ਸੋਚਣੀ ਹੈਗੀ ਆ ਉਹਨੂੰ ਦੁਨੀਆ ਦੇ ਕਲਾਸ ਦਾ ਦੇ ਵਰਲਡ ਦੇ ਲੈਵਲ 'ਤੇ ਆਪਾਂ ਉਹਨਾਂ ਦੇ ਮੈਚਿੰਗ 'ਤੇ ਲੈ ਕੇ ਜਾਣਾ, ਤਾਂ ਕਿਤਾਬਾਂ ਦੇ ਨਾਲ ਨਵੀਂ ਜਿਹੜੀ ਟੈਕਨੋਲੋਜੀ ਆ ਰਹੀ ਆ ਉਹਨੂੰ ਵੀ ਡਿਵੈਲਪ ਕਰਨ ਦੀ ਲੋੜ ਹੈਗੀ ਆ। ਕਿਤਾਬਾਂ ਨੂੰ ਜ਼ਰੂਰ ਇਹ ਨਹੀਂ ਵੀ ਸਿਰਫ ਮੋਬਾਈਲਾਂ ਦੇ ਨਾਲ ਜੁੜ ਕੇ ਜਾਂ ਟੈਕਨੋਲੋਜੀ ਸਾਡੇ ਕਿਤਾਬਾਂ ਨੂੰ ਛੱਡ ਦਈਏ। ਕਿਤਾਬਾਂ ਸਾਡੀ ਤਰੱਕੀ ਦਾ ਕਹਿ ਸਕਦੇ ਹਾਂ, ਸਾਡੀ ਨੌਲੇਜ ਦਾ ਆਧਾਰ ਰਹੀਆਂ ਅਤੇ ਅੱਜ ਵੀ ਹੈਗੀਆਂ। ਜਿਹੜਾ ਅੱਜ ਵੀ ਕਿਤਾਬਾਂ ਦੇ ਨਾਲ ਜੁੜਿਆ ਹੈਗਾ ਆ ਅਤੇ ਉਹ ਕਿਸੇ ਵੀ ਖੇਤਰ ਵਿੱਚ ਚਲਾ ਜਾਏ ਕਦੇ ਮਾਰ ਨਹੀਂ ਖਾਊਗਾ। ਅਤੇ ਜ਼ਰੂਰ ਮੈਡਮ ਉਹਨਾਂ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਜਿੱਥੇ ਉਹਨਾਂ ਨੇ ਆਪਣੇ ਅੰਦਰੂਨੀ ਭਾਵਾਂ ਨੂੰ ਪ੍ਰਗਟ ਕੀਤਾ ਹੈ, ਉੱਥੇ ਸਾਨੂੰ ਮੈਸੇਜ ਵੀ ਦਿੱਤੇ ਆ। ਅਤੇ ਅਸੀਂ ਆਪਣੇ ਵੱਲੋਂ ਜ਼ਰੂਰ ਜਿੱਥੇ ਇਹਨਾਂ ਦਾ ਧੰਨਵਾਦ ਕਰਾਂਗੇ ਅਤੇ ਕੋਸ਼ਿਸ਼ ਕਰਾਂਗੇ ਅਤੇ ਸਮੇਂ-ਸਮੇਂ 'ਤੇ ਇਹਨਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਜਾਈਏ। ਬਾਬਾ ਬਚਨ ਸਿੰਘ ਹੋਣਾ ਦਾ ਇਹਨਾਂ ਨੇ ਵਾਰ-ਵਾਰ ਜ਼ਿਕਰ ਕੀਤਾ। ਮੈਂ 2 ਕੁ ਸ਼ਬਦਾਂ ਦੇ ਵਿੱਚ ਉਹਨਾਂ ਦੇ ਵਾਸਤੇ ਦੱਸਦੇ ਹਾਂ। ਮੈਂ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਕਰੀਬ 2 ਦਹਾਕੇ ਤੋਂ ਉੱਪਰ ਜਿਹੜੇ ਸਾਲ ਹੈਗੇ ਆ ਉਹ ਜੇਲ੍ਹਾਂ ਦੇ ਵਿੱਚ ਬਤੀਤ ਕੀਤੇ ਹੈਗੇ ਆ। ਉਹਦੇ ਤੋਂ ਇਲਾਵਾ ਪਿੰਡ ਦੇ ਵਿੱਚ ਉਹਨਾਂ ਨੇ ਆਪਣੀ ਖੁਦ ਮੁਖਤਿਆਰ ਸਰਕਾਰ ਚਲਾਈ ਹੈਗੀ ਹੈ। ਇਹ ਤੋਂ ਪ੍ਰੇਰਣਾ ਲੈ ਕੇ ਦੁਆਬੇ ਦੇ ਬਹੁਤ ਸਾਰੇ ਹੋਰਨਾਂ ਪਿੰਡਾਂ ਵਿੱਚ ਵੀ ਇਹ ਜਿਹੜੀਆਂ ਸਰਕਾਰਾਂ ਬਣੀਆਂ ਆ ਅਤੇ ਇਹਨਾਂ ਨੇ ਆਪਣੀ ਅਦਾਲਤ ਕਾਇਮ ਕੀਤੀ, ਆਪਣੀ ਪੁਲਿਸ ਹੁੰਦੇ ਸੀ, ਆਪਣਾ ਇਹਨਾਂ ਦਾ ਮੰਤਰੀ ਮੰਡਲ ਹੁੰਦਾ ਸੀਗਾ ਅਤੇ ਬ੍ਰਿਟਿਸ਼ ਦਾ ਉਹਨਾਂ ਦਾ ਕੋਈ ਵੀ ਜਿਹੜਾ ਕੋਈ ਮੰਤਰੀ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਪੁਲਿਸ ਵਗੈਰਾ ਪਿੰਡ ਦੇ ਵਿੱਚ ਦਾਖਲ ਨਹੀਂ ਹੋ ਸਕਦੀ ਸੀਗੀ। ਅਤੇ ਇਹਨਾਂ ਨੂੰ ਜੇਲ੍ਹ ਵਿੱਚ ਵੱਖ-ਵੱਖ ਸਮੇਂ 'ਤੇ ਜਿਹੜਾ ਰੱਖਿਆ ਜਾਂਦਾ ਹੈ। ਜੇਲ੍ਹ ਦੇ ਵਿੱਚ ਵੀ ਇਹਨਾਂ ਨੇ ਕਦੇ ਵੀ ਕਿਸੇ ਦੀ ਈਨ ਨਹੀਂ ਮੰਨੀ ਅਤੇ ਇਹਨਾਂ ਨੂੰ ਦਾਣੇ ਪੀਸਣ ਨਹੀਂ ਦਿੱਤੇ ਜਾਂਦੇ ਸੀ। ਤਾਂ ਇਹਨਾਂ ਨੇ ਪੱਲਾ ਲਾ ਕੇ ਦਾਣੇ ਉਹਦੇ 'ਚ ਪਾ ਕੇ ਤਾਂ ਜੇਲ੍ਹ ਦੇ ਵਿੱਚ ਛਿੱਟਾ ਦੇਣ ਲੱਗ ਪੈਂਦੇ ਵੀ ਸਾਡਾ ਕੰਮ ਜਿਹੜਾ ਬਿਜਾਈ ਕਰਨਾ ਹੈ, ਪੀਣਾ ਸਾਡਾ ਕੰਮ ਨਹੀਂ ਹੈਗਾ। ਅਤੇ ਕਦੀ ਉਹਨਾਂ ਨੇ ਕਿਸੇ ਦੀ ਈਨ ਨਹੀਂ ਮੰਨੀ ਜਦ ਤੱਕ ਜਿੰਨਾ ਚਿਰ ਵੀ ਰਹੇ ਹੈਗੇ ਦੁਨੀਆ ਦੇ ਉੱਤੇ, ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ। ਉਹਨਾਂ ਨੇ ਆਪਣਾ ਜਿਹੜਾ ਸਿਰ ਆ ਉਹ ਹਮੇਸ਼ਾ ਉੱਚਾ ਰੱਖਿਆ ਹੈਗਾ। ਆਜ਼ਾਦੀ ਤੋਂ ਬਾਅਦ ਜਿਹੜੀ ਅਕਾਲੀ ਮੋਰਚੇ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਆ ਉਹਦੀ ਅਗਵਾਈ ਕਰਨ ਦਾ ਵੀ ਉਹਨਾਂ ਨੂੰ ਮੌਕਾ ਲਿਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈਗੇ ਆ। ਸੋ ਇਹ ਇੰਨੇ ਗੁਣ, ਇੰਨੀ ਕੁਰਬਾਨੀ, ਇੰਨਾ ਉਹਨਾਂ ਦੀ ਜਿਹੜੀ ਘਾਲਣਾ ਹੈਗੀ ਆ, ਅਸੀਂ ਸਾਰੀ ਉਮਰ ਦੀ ਉਹਦੀ ਸ਼ਬਦਾਂ ਦੇ ਵਿੱਚ ਉਹਨੂੰ ਪਰੋ ਨਹੀਂ ਸਕਦੇ ਜੀ। ਸੋ ਸਾਡੇ ਵਾਸਤੇ ਸਦਾ ਪ੍ਰੇਰਨਾ ਦੀ ਇਹ ਸਰੋਤ ਰਹਿਣਗੇ ਸਾਡੇ ਜਿਹੜੇ ਸਾਡੇ ਸ਼ਹੀਦ ਹੈਗੇ ਆ, ਸਾਡੇ ਦੇਸ਼ ਭਗਤ ਜਿਹੜੇ ਹੈਗੇ ਆ। ਅਤੇ ਮੈਡਮ ਉਹਨਾਂ ਨੇ ਸਾਨੂੰ ਬਹੁਤ ਜਿਹੜਾ ਉਹਨਾਂ ਦਾ ਕੀਮਤੀ ਸਮੇਂ ਵਿੱਚੋਂ ਸਾਨੂੰ ਸਮਾਂ ਦਿੱਤਾ ਆ ਅਤੇ ਆਪਣੇ ਵੱਲੋਂ ਜਿੱਥੇ ਇਹਨਾਂ ਦਾ ਧੰਨਵਾਦ ਆ। ਅਤੇ ਨਾਲ ਸਾਡੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਇੱਕ ਵਾਰ ਫੇਰ ਬੇਨਤੀ ਕਰਾਂਗੇ ਵੀ ਇਹ ਜਿਹੜੀਆਂ ਲਾਇਬ੍ਰੇਰੀਆਂ ਹੈਗੀਆਂ ਆ ਉਹਨਾਂ ਦਾ ਆਪਾਂ ਵੱਧ ਤੋਂ ਵੱਧ ਫਾਇਦਾ ਲਈਏ, ਆਪਣੇ ਆਪ ਨੂੰ ਉੱਚਾ ਚੱਕੀਏ, ਆਪਣਾ ਮਿਆਰ ਉੱਚਾ ਚੱਕੀਏ, ਆਪਣੇ ਸਮਾਜ ਨੂੰ ਉੱਚਾ ਚੱਕਣ ਦਾ ਅਸੀਂ ਯਤਨ ਕਰੀਏ। ਅਤੇ ਲਾਸਟ ਵਿੱਚ ਇੱਕ ਮੈਸੇਜ ਆਪਾਂ ਜ਼ਰੂਰ ਮੈਡਮ ਜੀ ਹੁਣ ਤੋਂ ਲਵਾਂਗੇ। ਹਾਂਜੀ, ਮੇਰਾ ਹਰ ਲਫ਼ਜ਼ ਹੀ ਮੈਸੇਜ ਹੀ ਹੈਗਾ ਆ, ਹਰ ਤਰ੍ਹਾਂ ਦੇ ਨਾਲ ਭਈ ਜਿੰਨਾ ਹੋ ਸਕੇ ਵੱਧ ਤੋਂ ਵੱਧ ਜਿਹੜਾ ਹੈਗਾ ਓਰੀਜਨਲ ਨੌਲੇਜ ਤੁਹਾਨੂੰ ਬੁੱਕਸ ਤੋਂ ਮਿਲਦੀ ਹੈਗੀ ਆ। ਉਸ ਤੋਂ ਬਾਅਦ ਜਦ ਆਪਣਾ ਇੱਕ ਬੇਸ ਸਟਰੋਂਗ ਬਣ ਗਿਆ ਤਾਂ ਉਹ ਤੁਸੀਂ ਉਹਨੂੰ ਅੱਗੇ ਜਿੰਨਾ ਮਰਜ਼ੀ ਅਗਾਂਹ ਲੈ ਸਕਦੇ ਹੈਗੇ ਆ। ਔਰ ਇੱਕ ਤੁਹਾਨੂੰ ਯੂ ਸ਼ੁੱਡ ਫੀਲ ਗਲੋਬਲ ਸਿਟੀਜ਼ਨਸ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਨੋ ਕੰਟਰੀਜ਼ ਫੋਰਨ, ਨੋ ਮੈਨ ਆਰ ਫੋਰਨ। ਆਪਣੀ ਜਿਹੜੀ ਸੋਚ ਆ ਉਹ ਧਰਮਾਂ ਮਜ਼ਹਬਾਂ ਤੋਂ, ਇਹ ਬੋਲੀ, ਇਹ ਜ਼ਾਤ ਪਾਤ, ਇਹਨਾਂ ਚੀਜ਼ਾਂ ਤੋਂ ਉੱਪਰ ਹੋਣੀ ਚਾਹੀਦੀ ਹੈ। ਯੂ ਸ਼ੁੱਡ ਬੀ ਅ ਟਰੂ ਹਿਊਮਨ ਫਸਟ। ਔਰ ਅਗਰ ਇਹ ਸੋਚ ਆ ਗਈ
ਤਾਂ ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਜਿਹੜੇ ਸਾਡੇ ਸਟੂਡੈਂਟਸ ਵੀ ਹੈਗੇ ਆ ਸੋ ਉਹ ਇੱਕ ਸਮਾਜ ਦੇ ਲਈ ਬਹੁਤ ਅਹਿਮ ਰੋਲ ਨਿਭਾ ਸਕਦੇ ਹੈਗੇ ਆ। ਸੋ ਮੈਡਮ ਜੀ ਸਾਡੇ ਲਈ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਡੀ ਅਰਦਾਸ ਵੀ ਆ ਔਰ ਤੁਹਾਡੇ ਵਾਸਤੇ ਇਹ ਅਸੀਂ ਦੁਆ ਵੀ ਕਰਾਂਗੇ ਕਿ ਤੁਸੀਂ ਇਸੇ ਤਰ੍ਹਾਂ ਸਮਾਜ ਦੇ ਵਿੱਚ ਇੱਥੇ ਐਜ਼ ਏ ਟੀਚਰ ਆਪਣਾ ਬਖੂਬੀ ਰੋਲ ਨਿਭਾਓ। ਐਜ਼ ਏ ਵਿਮਨ ਜਿਹੜਾ ਤੁਹਾਡਾ ਰੋਲ ਹੈ ਬਾਕੀਆਂ ਵਾਸਤੇ ਤੁਸੀਂ ਪ੍ਰੇਰਨਾ ਦਾ ਸਰੋਤ ਹੈ। ਇਸੇ ਤਰ੍ਹਾਂ ਜਿਹੜਾ ਸਮਾਜ ਵਿੱਚ ਆਪਣਾ ਜਿਹੜਾ ਰੋਲ ਹੈ ਉਹ ਸਾਰੂ ਰੋਲ ਤੁਸੀਂ ਅਦਾ ਕਰਦੇ ਰਹੋ। ਬਿਲਕੁਲ, ਡੈਫੀਨੇਟਲੀ, ਥੈਂਕ ਯੂ ਸੋ ਮਚ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਆਪਾਂ ਕੋਸ਼ਿਸ਼ ਕਰਾਂਗੇ ਸਮੇਂ-ਸਮੇਂ ਤੇ ਜਿਹੜੇ ਹੋਰ ਸਾਡੇ ਸਮਾਜ ਦੇ ਰੋਸ਼ਨ ਦਿਮਾਗ ਚਿਹਰੇ ਹੈਗੇ ਆ, ਇਹਨਾਂ ਦਾ ਨਾਂ ਰੋਸ਼ਨ ਅਮਰ ਹੈ, ਰੋਸ਼ਨੀ ਅਮਰ, ਤੇ ਰੋਸ਼ਨ ਦਿਮਾਗ ਚਿਹਰੇ ਲਗਾਤਾਰ ਅਸੀਂ ਤੁਹਾਡੇ ਰੂਬਰੂ ਕਰਾਉਂਦੇ ਰਹੀਏ। ਸਾਡੀ ਵੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਸਾਡੇ ਸਮਾਜ ਦੇ ਜਿਹੜੇ ਪੜ੍ਹਿਆ ਲਿਖਿਆ ਵਰਗ ਹੈ, ਬੁੱਧੀਜੀਵੀ ਵਰਗ ਆ, ਸਮੇਂ-ਸਮੇਂ ਤੇ ਅਸੀਂ ਤੁਹਾਡੇ ਰੂਬਰੂ ਕਰੀਏ, ਜੇ ਤੋਂ ਪ੍ਰੇਰਣਾ ਲੈ ਕੇ ਸਾਡੇ ਬੱਚੇ, ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਸਮਾਜ ਦੇ ਵਿੱਚ ਆਪਣਾ ਅਸਾਰੂ ਰੋਲ ਜਿਹੜਾ ਉਹ ਅਦਾ ਕਰ ਸਕਣ। ਸੋ ਇਹਨਾਂ ਸਾਰੇ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।